ਲੁਧਿਆਣਾ ਖਬਰਨਾਮਾ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਵਿਸ਼ਾਖਾ ਸ਼ਰਮਾ ਤੇ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮੁੱਖ ਸੁਰਖੀਆਂ ਤੇ। ਸ਼੍ਰੋਮਣੀ ਅਕਾਲੀ ਦਲ ਨੇ ਲੁਧਿਆਣਾ ਉੱਤਰੀ ਤੋਂ ਆਰਡੀ ਸ਼ਰਮਾ ਨੂੰ ਐਲਾਨਿਆ ਉਮੀਦਵਾਰ। ਪਾਰਟੀ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਦਿੱਤੀ ਜਾਣਕਾਰੀ। 3 ਵਾਰ ਕੌਂਸਲਰ ਤੇ 1 ਵਾਰ ਡਿਪਟੀ ਮੇਅਰ ਰਹੇ ਆਰਡੀ ਸ਼ਰਮਾ। ਰਾਏਕੋਟ ਵਿਖੇ ਅਕਾਲੀ ਆਗੂਆਂ ਤੇ ਵਰਕਰਾਂ ਦੀ ਮੀਟਿੰਗ। ਸੁਖਬੀਰ ਸਿੰਘ ਬਾਦਲ ਦੇ ਫੈਸਲੇ ਤੇ ਪ੍ਰਗਟਾਈ ਸਹਿਮਤੀ। ਹਲਕਾ ਰਾਏਕੋਟ ਦੀ ਸੀਟ ਨੂੰ ਦਿੱਤਾ ਬਸਪਾ ਦੇ ਖਾਤੇ 'ਚ। ਗੱਠਜੋੜ ਉਮੀਦਵਾਰ ਨੂੰ ਜਿਤਾਉਣ ਦਾ ਆਗੂਆਂ ਨੇ ਕੀਤਾ ਦਾਅਵਾ। ਹਿੰਦ ਕਮਿਊਨਿਸਟ ਪਾਰਟੀ ਦੀ 23ਵੀਂ ਸੂਬਾਈ ਕਾਨਫਰੰਸ। ਪਾਰਟੀ ਦੇ ਜਨਰਲ ਸਕੱਤਰ ਸੀਤਾਰਾਮ ਯੇਚੂਰੀ ਨੇ ਕੀਤਾ ਸੰਬੋਧਨ। ਕਿਹਾ ਜਲਦ ਤੈਅ ਕੀਤੀ ਜਾਵੇਗੀ ਚੋਣਾਂ ਲਈ ਰਣਨੀਤੀ। ਇੱਕ ਵਾਰ ਫਿਰ ਤੋਂ ਸਰਗਰਮ ਹੋਏ ਰਾਮੂਵਾਲੀਆ। ਲੋਕ ਭਲਾਈ ਪਾਰਟੀ ਦਾ ਕੀਤਾ ਐਲਾਨ। ਕਿਹਾ ਚੋਣਾਂ ਨਹੀਂ ਲੜਨਗੇ, ਲੋਕਾਂ ਦੇ ਹਿੱਤਾਂ ਲਈ ਬਣਾਈ ਪਾਰਟੀ। ਲੁਧਿਆਣਾ ਦੇ ਸਲਾਮਗੰਜ 'ਚ ਚੋਰੀ ਦੀ ਵਾਰਦਾਤ। ਚੋਰਾਂ ਨੇ ਕਰਿਆਨੇ ਦੀ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ। ਨਾਲ ਲੱਗਦੇ ਘਰਾਂ 'ਚ ਵੀ ਚੋਰਾਂ ਨੇ ਹੱਥ ਕੀਤਾ ਸਾਫ਼। ਤੇ ਬੁਲਟਨ ਦਾ ਕਰਾਂਗੇ ਆਗਾਜ਼। ਗਦਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਹੋਰ ਉਮੀਦਵਾਰ ਦਾ ਐਲਾਨ ਕੀਤਾ ਗਿਆ। ਲੁਧਿਆਣਾ ਉੱਤਰੀ ਤੋਂ ਆਰਡੀ ਸ਼ਰਮਾ ਦੇ ਨਾਂ ਤੇ ਮੋਹਰ ਲੱਗੀ ਹੈ। ਸੀਨੀਅਰ ਅਕਾਲੀ ਆਗੂ ਡਾਕਟਰ ਦਲਜੀਤ ਚੀਮਾ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਤੇ 3 ਵਾਰ ਕੌਂਸਲਰ ਤੇ 1 ਵਾਰ ਡਿਪਟੀ ਮੇਅਰ ਰਹਿ ਚੁੱਕੇ ਨੇ ਆਰਡੀ ਸ਼ਰਮਾ, ਜਿਨ੍ਹਾਂ ਨੂੰ ਹੁਣ ਟਿਕਟ ਦਿੱਤੀ ਗਈ ਹੈ। ਬੀਤੇ ਦਿਨੀ ਅਕਾਲੀ ਦਲ ਦੇ ਬਸਪਾ ਨੇ ਰਾਏਕੋਟ ਤੇ ਲੁਧਿਆਣਾ ਉੱਤਰੀ ਸੀਟਾਂ ਦੀ ਅਦਲਾ ਬਦਲੀ ਕੀਤੀ ਸੀ ਤੇ ਰਾਏਕੋਟ ਦੀ ਸੀਟ ਤੇ ਹੁਣ ਬਸਪਾ ਚੋਣ ਲੜੇਗੀ। ਗੱਲ ਕਰਾਂਗੇ ਰਾਏਕੋਟ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿਖੇ ਅਕਾਲੀ ਆਗੂਆਂ ਅਤੇ ਵਰਕਰਾਂ ਦੀ ਇੱਕ ਅਹਿਮ ਮੀਟਿੰਗ ਕੀਤੀ ਗਈ ਹੈ, ਜਿਸ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਗਰੇਵਾਲ ਅਤੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਵੱਲੋਂ ਕੀਤੀ ਗਈ। ਮੀਟਿੰਗ ਦੌਰਾਨ ਸਮੂਹ ਅਕਾਲੀ ਆਗੂਆਂ ਅਤੇ ਵਰਕਰਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਰਾਏਕੋਟ ਦੀ ਸੀਟਾਂ ਬਹੁਜਨ ਸਮਾਜ ਪਾਰਟੀ ਨੂੰ ਛੱਡਣ ਦੇ ਫੈਸਲੇ ਤੇ ਵਿਚਾਰਾਂ ਕੀਤੀਆਂ ਅਤੇ ਇਸ ਸੀਟਾਂ ਦੇ ਫੇਰਬਦਲ ਉੱਪਰ ਆਪਣੀ ਸਹਿਮਤੀ ਪ੍ਰਗਟਾਈ ਹੈ। ਇਸ ਮੌਕੇ ਗੱਲਬਾਤ ਕਰਦਿਆਂ ਸਮੂਹ ਅਹੁਦੇਦਾਰਾਂ ਅਤੇ ਆਗੂਆਂ ਨੇ ਦੱਸਿਆ ਕਿ ਉਹਨਾਂ ਨੂੰ ਪਾਰਟੀ ਪ੍ਰਧਾਨ ਵੱਲੋਂ ਲਿਆ ਫੈਸਲਾ ਮਨਜ਼ੂਰ ਹੈ ਤੇ ਗੱਠਜੋੜ ਵੱਲੋਂ ਦਿੱਤੇ ਉਮੀਦਵਾਰ ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ। ਅਕਾਲੀ ਦਲ ਜੁਝਾਰੂ ਜਥੇਬੰਦੀ ਹੈ, ਉਹਨਾਂ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਰਾਏਕੋਟ ਹਲਕੇ ਦੀ ਜਿਹੜੀ ਸੀਟ ਹੈ ਇਹ ਜਿਹੜਾ ਗੱਠਜੋੜ ਆ ਬਸਪਾ ਦੇ ਨਾਲ ਉਸ ਦੇ ਖਾਤੇ ਗਈ ਹੈ। ਸੋ ਅਸੀਂ ਦੇਖ ਰਹੇ ਸੀ ਕਿ ਜੋ ਅੱਜ ਇੱਥੇ ਮੀਟਿੰਗ ਹੋਈ ਆ ਰਾਏਕੋਟ ਦੇ ਵਿੱਚ ਆਪਣੇ ਸੰਧੂ ਸਾਹਿਬ ਦੀ ਅਗਵਾਈ ਵਿੱਚ ਸਾਰੇ ਸਰਕਲ ਪ੍ਰਧਾਨ, ਸਾਰੇ ਯੂਥ ਵਿੰਗ ਦੇ ਪ੍ਰਧਾਨ, ਹੋਰ ਵੀ ਜਿੰਨੇ ਵਿੰਗਾਂ ਦੇ ਸਾਰੇ ਅਹੁਦੇਦਾਰ, ਵਪਾਰ ਵਿੰਗ ਦੇ ਸਾਰੇ ਅੱਜ ਇੱਥੇ ਇਕੱਠੇ ਹੋਏ ਆ ਤੇ ਬਹੁਤ ਇੱਕ ਵੱਖਰੇ ਤਰ੍ਹਾਂ ਦਾ ਫੈਸਲਾ ਹੋਇਆ ਜਿਹੜਾ ਕਿ ਲੋਕਾਂ ਦੇ ਵਿਸ਼ਵਾਸ ਨਾ ਕਰਨ ਵਾਲੀ ਗੱਲ ਹੈ। ਬੜੀਆਂ ਵਾਹਾਂ ਫਲਾਈਆਂ ਜਾ ਰਹੀਆਂ ਸੀ। ਸਮੁੱਚੀ ਜਥੇਬੰਦੀ ਨੇ ਆਪਣੀ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਦਿੱਤੇ ਫੈਸਲੇ ਤੇ ਪੂਰਨ ਰੂਪ ਵਿੱਚ ਫੁੱਲ ਚੜਾਏ ਨੇ। ਜਕਾਰਿਆਂ ਦੀ ਗੂੰਜ ਵਿੱਚ ਇਸ ਗੱਲ ਦਾ ਸਮਰਥਨ ਕੀਤਾ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਅਕਾਲੀ ਦਲ ਦੇ ਕਹਿੰਦੇ ਹੁੰਦੇ ਆ ਟਿਕਟ ਤੇ ਨਾਲੋਂ ਬਸਪਾ ਦੇ ਇਸ ਐਲਾਨ ਤੇ ਅਸੀਂ ਉਦੋਂ ਵੀ ਵੱਧ ਕੇ ਲੜਾਈ ਲੜਾਂਗੇ। ਸਭ ਤੋਂ ਪਹਿਲਾਂ ਸਮੁੱਚੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਧੰਨਵਾਦ ਕਰਦਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਅਤੇ ਬਸਪਾ ਦੇ ਪ੍ਰਧਾਨ ਗੜੀ ਸਾਹਿਬ ਦਾ, ਜਿਨ੍ਹਾਂ ਨੇ ਕਿ ਬਹੁਤ ਵੱਡਾ ਫੈਸਲਾ ਕਰਿਆ ਕਿ ਜਿਹੜਾ ਇਹ ਹਲਕਾ ਹੈਗਾ, ਇਸ ਹਲਕੇ ਦੇ ਵਿੱਚ ਇਹਨੂੰ ਜਿਹੜਾ BSP ਨੂੰ ਹਲਕਾ ਦਿੱਤਾ ਗਿਆ ਹੈਗਾ। ਅਤੇ ਜਿਹੜੇ ਵਰਕਰਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਛੋਟੀ ਜਿਹੀ ਸੱਦੇ 'ਤੇ ਮੀਟਿੰਗ ਦਿੱਤੀ ਸੀ, ਕਾਲ ਕਰੀ ਸੀ ਔਰ ਉਹਨਾਂ ਸਾਰਿਆਂ ਨੇ ਇਸ ਗੱਲ 'ਤੇ ਵਿਸ਼ਵਾਸ ਪ੍ਰਗਟ ਕਰਿਆ ਕਿ ਅਸੀਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਾ ਜਿਹੜਾ ਵੀ ਕੈਂਡੀਡੇਟ ਹੋਊ, ਜਿਹੜਾ ਵੀ ਉਮੀਦਵਾਰ ਹੋਊਗਾ, ਅਸੀਂ ਉਹਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾ ਕੇ ਅਸੈਂਬਲੀ ਦੇ ਵਿੱਚ ਭੇਜਾਂਗੇ ਤਾਂ ਕਿ ਜਿਹੜੀ ਇਸ ਹਲਕੇ ਦੀ ਹੁਣ ਤੱਕ ਦੀ ਡਿਵੈਲਪਮੈਂਟ ਰੁਕੀ ਹੋਈ ਆ ਉਹ ਡਿਵੈਲਪਮੈਂਟ ਕੀਤੀ ਜਾਵੇਗੀ। ਸਾਰੇ ਵਰਕਰਾਂ ਦੇ ਵਿੱਚ ਇੰਨਾ ਕੁ ਜੋਸ਼ ਆ, ਸਾਰਿਆਂ ਨੇ ਇਹ ਗੱਲ ਕਹੀ ਆ ਕਿ ਅਸੀਂ ਤਨ ਮਨ ਧਨ ਨਾਲ ਇਕੱਠੇ ਹੋ ਕੇ ਇਸ ਸਰਕਾਰ ਵਿੱਚ ਆਪਣਾ ਹਲਕਾ ਰਾਏਕੋਟ ਦਾ ਵੀ ਯੋਗਦਾਨ ਪਵਾਵਾਂਗੇ। ਸਾਡੇ ਸਤਿਕਾਰਯੋਗ ਪੰਜਾਬ ਦੇ ਪ੍ਰਧਾਨ ਸਾਡੇ ਸੁਖਬੀਰ ਸਿੰਘ ਬਾਦਲ ਜੀ, ਉਹਨਾਂ ਨੂੰ ਮੈਂ ਆਸ਼ਵਾਸਨ ਦਿਵਾਉਂਦਾ ਆਪਣੇ ਵੱਲੋਂ, ਆਪਣੇ ਵਪਾਰੀਆਂ ਵੱਲੋਂ, ਆਪਣੇ ਵਪਾਰ ਵਿੰਗ ਵੱਲੋਂ ਵੀ ਉਹਨਾਂ ਨੇ ਜਿਵੇਂ ਵੀ ਪੰਜਾਬ ਦੇ ਵਿੱਚ ਬਹੁਜਨ ਸਮਾਜ ਪਾਰਟੀ ਦੇ ਨਾਲ ਮਿਲ ਕੇ
ਇਲੈਕਸ਼ਨਾਂ ਦੇ ਵਿੱਚ ਜਿੱਤ ਹਾਸਲ ਕਰਨ ਵਾਸਤੇ ਜੋ ਵੀ ਕੀਤਾ, ਅਸੀਂ ਉਹਨਾਂ ਦੇ ਦਿੱਤੇ ਹੋਏ ਫੈਸਲੇ ਉੱਤੇ ਫੁੱਲ ਚੜਾਉਂਦੇ ਹਾਂ ਤੇ ਜਿਵੇਂ ਵੀ ਉਹਨਾਂ ਨੇ ਕਿਹਾ ਉਵੇਂ ਉਹਨਾਂ ਦੇ ਨਾਲ ਚੱਲਾਂਗੇ। ਤੇ ਉਧਰ ਅੰਬੈਸੀ ਪੈਲੇਸ ਲੁਧਿਆਣਾ ਵਿਖੇ ਹਿੰਦ ਕਮਿਊਨਿਸਟ ਪਾਰਟੀ ਦੀ 23ਵੀਂ ਸੂਬਾਈ ਕਾਨਫਰੰਸ ਹੋਈ ਹੈ, ਜਿਸ ਦੇ ਵਿੱਚ ਸੀਪੀਆਈ ਦੇ ਹਿੰਦ ਜਨਰਲ ਸਕੱਤਰ ਕਾਮਰੇਡ ਸੀਤਾਰਾਮ ਯੇਚੂਰੀ ਨੇ ਸੰਬੋਧਨ ਕੀਤਾ। ਸੰਬੋਧਨ ਕਰਦਿਆਂ ਡਾਕਟਰ ਸੀਤਾਰਾਮ ਯੇਚੂਰੀ ਨੇ ਕਿਹਾ ਕਿ ਸਾਨੂੰ ਪੰਜਾਬ ਦੇ ਕਿਸਾਨਾਂ ਤੋਂ ਇਕਜੁੱਟਤਾ ਸਿੱਖਣ ਦੀ ਲੋੜ ਹੈ, ਕਿਉਂਕਿ ਮਜ਼ਦੂਰਾਂ ਅਤੇ ਕਿਸਾਨਾਂ ਦੇ ਸੰਘਰਸ਼ ਕਰਕੇ ਹੀ ਅੱਜ ਸਰਕਾਰ ਨੂੰ ਝੁਕਣਾ ਪਿਆ। ਉਹਨਾਂ ਇਹ ਵੀ ਕਿਹਾ ਕਿ 2 ਦਿਨਾਂ ਦਾ ਪੰਜਾਬ ਦੇ ਵਿੱਚ ਸੀਪੀਆਈ ਵੱਲੋਂ ਪ੍ਰੋਗਰਾਮ ਉਲੀਕਿਆ ਗਿਆ ਤਾਂ ਜੋ ਆਪਣੇ ਲੋਕਾਂ ਨੂੰ ਇਕਜੁੱਟ ਕੀਤਾ ਜਾਵੇ ਤੇ ਭਾਜਪਾ ਖਿਲਾਫ ਲਾਮਬੰਦ ਕੀਤਾ ਜਾ ਸਕੇ। ਇਸ ਮੌਕੇ ਉਹਨਾਂ ਇਹ ਵੀ ਕਿਹਾ ਕਿ ਪੰਜਾਬ ਦੇ ਵਿੱਚ ਹੋਣ ਵਾਲੇ ਚੋਣਾਂ ਨੂੰ ਲੈ ਕੇ ਰਣਨੀਤੀ ਬਣਾਈ ਜਾਵੇਗੀ, ਪਰ ਉਹਨਾਂ ਦਾ ਮੁੱਖ ਮਕਸਦ ਹੈ ਕਿ ਭਾਜपा ਨੂੰ ਕਿਸੇ ਵੀ तरह का कोई फायदा ना मिल सके। पंजाब के जो 5 नदी है उसके अंदर काफ़ी पानी बहेगा, अब देखेंगे हम, लेकिन हमारा मुख्य मकसद पार्टी का ये है कि कोई फ़ायदा बीजेपी को ना मिले, ये हमारा प्रायोरिटी है। हाँ, उसको हासिल करने के लिए सर पहले 3 किस तरीके से टैक्टिक्स होंगे वो हम तय करेंगे जैसे जैसे परिस्थिति बदल रही है। सर पहले खेती कानून लेके आप वापस ले रहे हैं, 700 से ज़्यादा किसानों की मौतें हो चुकी हैं, कैसे देख रहे हैं अभी कानून वापस ले रहे हैं, क्योंकि पंजाब के अलावा और भी स्टेटों में चुनाव हो रहे हैं, तो ये इसको कैसे देखते हैं? बीजेपी अभी कानून वापस ले रही है। देखिए क्यों वापस ले लिए, उसके पीछे मुख्य कारण ये था कि समझ में आ गया, आखिर 1 साल बाद इतने शहीद होने के बाद समझ में आ गया कि किसानों की इस संघर्ष को वो झुका नहीं सकते। बहुत कोशिश कर लिया, कई अरेस्टें हो गई, कई केसेस लागू कर दी, हमले किए। आपने उसको मतलब लखीमपुर खीरी में तो वो तो एक्चुअली मर्डर किए, और इस तरीके की हिंसा किए उनके ऊपर, वाटर कैनन चलाए, मिलिट्री टाइप ट्रेंच खोद दिया हाईवे के ऊपर। तो ये सब के बावजूद उनको नहीं हिला पाए। वो एक समझ में आई कि इसकी ताकत उसको झुका नहीं सकती। दूसरी बात, उनको वो समझ के अभी जो उपचुनाव हुए, बाई इलेक्शन जो हुए, जहाँ जहाँ पर इस किसान आंदोलन का असर पड़ा वहाँ पर भाजपा का सफाई हुआ। हिमाचल प्रदेश जो उनकी सरकार है वहाँ पर वो पूरे एमएलए और 1 एमपी का सीट हार गया। राजस्थान में सफाई हो गई, हरियाणा में उनकी हार हुई। तो ये है कि अब यूपी, उत्तराखंड, पंजाब के अंदर जो चुनाव है इसके ऊपर जो ये असर अगर चलता रहेगा तो उनके लिए भारी नुकसान। सब देश के माहौल को कैसे देखते हैं? महंगाई दर लगातार बढ़ती जा रही है, कैसा देखते हैं? विरोधी दल जो है वो कमज़ोर दिखाई दे रहा है इस वक्त में। क्यों नहीं, कमज़ोर किस तरीके से? हमारे ये किसान आंदोलन तो कोई कमज़ोरी नहीं। मजदूर वर्ग जो है कई जगह पर मतलब वो स्ट्राइकों पे जा रहा है, बहुत बड़ी आंदोलन चल रही है ट्रेड यूनियन की, सबकी। आम जनता के लिए अभी तक ये कोविड की रेस्ट्रिक्शन की वजह से लामबंद नहीं कर सकते हो आप। चुनाव के टाइम पर कुछ मौका मिलता है, लेकिन वरना ये संभव नहीं है। तो इसलिए ये जो आप समझे बड़े बड़े रैलियाँ होंगी, लोग आएंगे दिल्ली वगैरह, ये आज इस तरीके से पाबंदियाँ लगा दी जिससे चलते हुए विपक्ष को इस तरीके से काम करने पे बड़ी रुकावट है। लेकिन इसका विरोध हो रहा है और उसी का नतीजा है भाजपा का चुनावों के अंदर ये हार होना। अब 5 रुपये कम क्यों की पेट्रोल पे, 10 रुपये कम क्यों की डीजल पे? क्योंकि देखा वो इसका असर पड़ रहा है और इसका असर की वजह से उनको नुकसान हो रहा है। अब ये खेती कानून वापस क्यों लिए? ये सब जो है ये अपोजिशन का ताकत है, यही है कि उनको पीछे करना अभी पड़ेगा। पार्लियामेंट सेशन शुरू हो रहा है, उसको कैसे देख रहे हैं? पार्लियामेंट सेशन ये सब सवाल आएंगे पार्लियामेंट सेशन, हम उठाएंगे। महंगाई है, बेरोज़गारी है, भूखमरी बढ़ रही है, और दूसरी ओर से ये कानून को वापस लेने की प्रक्रिया, उसके साथ एमएसपी का कानून बनाने की बात, और ये सब इलेक्ट्रिसिटी एक्ट के उसको रद्द करने की बात, ये सब आएंगे। सब देश लेकिन अगर आने देंगे या नहीं वो सरकार के ऊपर निर्भर। सर देश में कहीं भी चुनाव होता है तो छोटी छोटी पार्टियां वो खड़ी हो जाती हैं। कैप्टन अमरिंदर सिंह भी अपनी पार्टी बना रहे हैं, अब वो कह रहे हैं कि भाजपा नए चेहरे सामने आने लग जाते हैं उसको। देखिए जनवादी अधिकार है कोई भी पार्टी बना के लड़े, लेकिन ये भी
एक तरीका है कि विपक्ष के वोटों को और उसकी एकता को तोड़ने के लिए ये साजिश भी खेला जाता है। यह आज की बात नहीं है, कई बार देखे, जैसे चुनाव नज़दीक आता है इस तरीके की टैक्टिक्स भी बनाते हैं, लोगों को खड़ा कर दो ताकि वोट की बंटवारा हो। और ये सबसे गंदी तरीके से करता है आपके भाजपा। तो केजरीवाल भी सर घूम रहे हैं, वो लगातार ये कह रहे हैं कि हमें सबको एकजुट होकर, जैसे जो रीजनल पार्टी है एकजुट होकर उनको एक फ्रंट बनाना चाहिए, क्योंकि अगर प्रधानमंत्री नरेंद्र मोदी को हराना है, सत्ता से बाहर निकालना है, तो उसके लिए जो रीजनल पार्टी उनका एकजुट होना जरूरी है। आप इस तर्क से कितना सहमत करते हैं? देखिए, हर चुनाव से पहले इस तरीके की बातें आती हैं। कभी थर्ड फ्रंट होता है, कभी फोर्थ फ्रंट होता है, हाँ, कभी रीजनल पार्टियों की फ्रंट होती है। सवाल ये है कि आपको अगर राष्ट्रीय स्तर पर आपको कोई मतलब ये विकल्प देना है तो वो तभी दे सकते हो कि हर सूबे में आप जो है उनको हराते आइए। जब आपका मेजॉरिटी बनेगा तभी जो है कोई फ्रंट बनेगा केंद्र। याद रखो, आप यूनाइटेड फ्रंट 1996 में वो बना चुनाव के बाद, यूपीए 2004 में बना चुनाव के बाद, तो एनडीए वाजपेयी साहब जीतने के बाद बना चुनाव के बाद, या भी क्यों, आप इमरजेंसी के बाद भी जाइए, जनता पार्टी की गठन होती है इंदिरा गांधी को हराने के बाद, चुनाव के बाद। तो यही हो सकता है, बाकी सब तो अपने अपनी प्रचार के लिए सर ईवीएम को करते हैं। किस तरह देखते हो? चुनाव जब हार जाते हैं तो जो विरोधी दे रहे हैं वो ईवीएम के लेकर विरोध करते हैं। देखिए, हार जीत के आधार पर नहीं है। हम कहते हैं ईवीएम के लिए वो वीवीपैट जो है, वो वीवीपैट का मामला जो हम आप कह रहे थे, कोर्ट ने भी कहा था कम से कम 5% बूथों में हो। अब क्या है, 5 बूथों में होती है एक असेंबली कॉन्स्टिट्यूंसी सिर्फ। लेकिन उसके अंदर सबसे बड़ी पेचीदा सवाल जो हम उठाते हैं, उसके जो नुक्स जो है वो है कि आपका वोट डालते हो वो एक यूनिट है, वीवीपैट है, और एक कंट्रोल यूनिट है। अब क्या होता है, आज जो हो रहा है तरीका, आप वोट डालते हो फ़ौरन आपको वो स्लिप आता है, यानी वो वोट के यूनिट में आपका वोट सही आया, लेकिन वहाँ से कंट्रोल यूनिट में क्या जा रहा है, कंट्रोल यूनिट का गिनती होती है कंट्रोल यूनिट से। तो इसलिए हमारा ये कहना है कि आपका वोटिंग यूनिट, बीच में कंट्रोल यूनिट, उसके बाद वीवीपैट, ताकि पता चले कि आपका वोट सही ढंग से कंट्रोल यूनिट में आया। सर, जैसे पंजाब में 2-3 दहाके वाले सीपीआई सीपीएम का अच्छा होल्ड था, आपकी सीटें भी निकलती थी, पर उसके बाद जो पार्टी जो लगातार जो वोट फीसद है, वोट शेयर है, वो गिरता चला जा रहा है। उसको लेके पार्टी कैसे मंथन करेगी ताकि जो विधानसभा चुनाव आ रहे हैं उसमें बेहतर प्रदर्शन किया जा सके? वही तो है, ये 2 दिन की चर्चा है, उसके अंदर ये भी शामिल है कि किस तरीके से पार्टी की स्वतंत्र ताकत जो उसको बढ़ाना है, जिसका असर चुनाव पे भी पड़े, यही चर्चा होगी। लड़ेंगे क्या सीपीआई कुछ पंजाब में तैयारी करेंगे? हाँ? पंजाब में चुनाव लड़ने की कोई तैयारी नहीं? कितनी सीटों पे चुनाव लड़ने की तैयारी है? वही मैं बोला ना, अभी काफ़ी टाइम है, उसके अंदर काफ़ी पानी बहेगा, हमने तब तय होगी। सर, जैसे चुनाव नज़दीक है, हर कोई पार्टी का जो लीडर है, बड़ा लीडर है, वो आम व्यक्ति की तरह लोगों को मिल रहा है, चाय पी रहा है, घर पे जाके खाना खा रहा है, तो इसको कैसे देखते हैं? 4 सालों से वो ऐसे मिलते नहीं, तो अभी जाके चुनाव में अब यही अफसोस है हमारे देश के अंदर, पूरे 5 साल यही काम करना चाहिए, नहीं था सिर्फ चुनाव से पहले करते हैं अपनी लालच में, अपनी स्वार्थ में। और इसीलिए कई लोगों का ये भी मानना है कि हर 5 साल क्यों कराते चुनाव, हर साल कराओ ना, क्योंकि वही चुनाव के समय ही उनको पैसे मिलते हैं, सड़कें बनते हैं, कोई उनका विकास होता है। तो ये गलत हो रहा है। इसके लिए नेताओं को लोगों के साथ, आम लोगों के साथ जुड़ के रहना है, वही उसी का मतलब है राजनीति। मैनिफेस्टो को लेकर मैनिफेस्टो लगता है कि आपको लीगल होना चाहिए? मैनिफेस्टो में जो वादे करते हैं पूरे नहीं होते 5 सालों में, लीगल डॉक्यूमेंट बनना चाहिए। अब उसके बारे में चर्चा करना ज़रूरी है, बिल्कुल हम चाहते हैं। पहले भी ये सवाल आया था, हमने बोला इसको पार्लियामेंट के अंदर सही ढंग से चर्चा करिए, हम तैयार हैं। सर, हाँ जी, मैनिफेस्टो की बात कर रहे थे आप, कैसे? वही मैनिफेस्टो के बारे में अगर उसको कानूनी दर्जा देना है कि ये वादे हैं, ये नहीं किया पूरा, उसके लिए सभी लोग पार्टियों की सहमति की ज़रूरत है, तभी बन सकती है कानून कोई। हमने ये बात कहा कि ये प्रोसेस शुरू करो, आप कंसल्टेशन आप इलेक्शन कमीशन से शुरू करवाइए या सरकार सीधा करे,
ये लेकिन करें। चन्नी साहब हैं जो वो अब लोगों को कह रहे हैं कि लोगों की सरकार है चन्नी, लेकिन लोग आते हैं किसी को मिला नहीं जाता। एक बुजुर्ग महिला की वीडियो भी पीछे वायरल हुई थी, लेकिन वो उस महिला को मिले नहीं और बिना मिले चले गए। उसके बारे में क्या सोचते हैं? अब देखिए क्या हुआ एक्चुअल एक घटना के अंदर, उसकी डिटेल तो मुझे पता नहीं, लेकिन हमें जो सब हमें अभी तक रिपोर्टें जो आ रही है, चन्नी साहब आने के बाद लोगों के साथ मिलने की सिलसिला जो है वो बहुत ज़्यादा बढ़ी है, जो पहले कभी नहीं था। अब ये भी रिपोर्ट आ रहे हैं। अब ये आप लोग जानेंगे वास्तविकता ज़मीन पर क्या हो रहा है। कम्युनिस्ट आइडियोलॉजी जो है वो तब धीरे धीरे कम होती जा रही है। बंगाल में 35 साल कम्युनिस्ट सरकार रही, अब उनका जो आधार है वो सिकुड़ रहा है। आप भी इलेक्शंस में ही दिख रहे हैं पंजाब में, आप पहले तो कभी दिखते नहीं है। मतलब अगर आप दूसरी पार्टी को कह इलेक्शन में कर रहे हैं, देखिए ये इल्जाम आप पे भी लगता है। कम्युनिस्टों का तुलना या किसी का तुलना सिर्फ चुनावी आधार पर मत करिए। कम्युनिस्टों का तुलना एक और है, और जो अहम है वो है संघर्षों के आधार पर। आज कौन है अपने देश के अंदर मजदूरों को, किसानों को संघर्ष में उतार कर लिया सकता है? जो किसान आंदोलन है वो नहीं, सुनिए ना, आप जो बात बता रहे हैं, वोट के अंदर तब्दीली क्यों नहीं हुई वो बात ठीक है, वोट का आधार भी इम्पोर्टेंट है, ये नहीं कह रहे हैं, लेकिन सवाल ये है कि अगर आज संघर्षों के चलते ही सरकार को गलत कानून वापस लेना पड़ रहा है, चुनावों से नहीं, चुनाव में अगर वो हार भी जाए वो कानून रह जाएगा जब तक वापस नहीं होगा। तो संघर्षों का जन संघर्षों का जो है महत्व आज उस आधार पर देखो तो ये हमें कम्युनिस्ट ही है जो उसको आगे ले जा रहा है। तो दस साबका केंद्रीय मंत्री बलवंत ਸਿੰਘ ਰਾਮੂਵਾਲੀਆ ਲੋਕ ਭਲਾਈ ਪਾਰਟੀ ਦਾ ਐਲਾਨ ਕਰਕੇ 11 ਸਾਲ ਬਾਅਦ ਇੱਕ ਵਾਰ ਫਿਰ ਤੋਂ ਪੰਜਾਬ ਦੀ ਸਿਆਸਤ ਦੇ ਵਿੱਚ ਸਰਗਰਮ ਹੋ ਗਏ ਨੇ। ਉਹਨਾਂ ਕਿਹਾ ਕਿ ਉਹ ਚੋਣਾਂ ਨਹੀਂ ਲੜਨਗੇ ਤੇ ਉਹਨਾਂ ਸਿਰਫ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਪਾਰਟੀ ਬਣਾਈ ਹੈ। ਦੱਸ ਦਈਏ ਕਿ ਬਲਵੰਤ ਸਿੰਘ ਰਾਮੂਵਾਲੀਆ ਕੇਂਦਰੀ ਮੰਤਰੀ ਤੇ ਨਾਲ-ਨਾਲ ਰਾਜ ਸਭਾ ਮੈਂਬਰ ਵੀ ਰਹਿ ਚੁੱਕੇ ਨੇ। 11 ਸਾਲਾਂ ਬਾਅਦ ਮੁੜ ਲੋਕ ਭਲਾਈ ਪਾਰਟੀ ਸੁਰਜਤ ਕਰਨ ਵਾਲੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਕੀ ਕਿਹਾ, ਤੁਸੀਂ ਵੀ ਸੁਣੋ। ਲਗਾਤਾਰ ਸਿਆਸਤ 'ਚ ਸਰਗਰਮ ਰਹਿਣ ਵਾਲੇ ਬਲਵੰਤ ਸਿੰਘ ਰਾਮੂਵਾਲੀਆ ਜਿਹੜੇ ਕਿ ਪਹਿਲਾਂ ਲੋਕ ਭਲਾਈ ਪਾਰਟੀ ਸੀ, ਉਸ ਤੋਂ ਬਾਅਦ ਉਹਨਾਂ ਨੇ ਪਾਰਟੀ ਮਰਜ ਕੀਤੀ ਸੀ ਦੂਸਰੀ ਪਾਰਟੀ ਦੇ ਵਿੱਚ, ਅੱਜ ਫੇਰ ਦੁਬਾਰਾ ਤੋਂ ਮੁੜ ਸਰਜਿਤ ਕੀਤੀ ਹੈਗੀ ਆ। ਗੱਲ ਕਰਾਂਗੇ ਰਾਮੂਵਾਲੀਆ ਜੀ ਨਾਲ, ਕਾਫੀ ਸਰਗਰਮ ਰਹੇ ਨੇ ਪੰਜਾਬ ਦੇ ਵਿੱਚ, ਉਸ ਤੋਂ ਬਾਅਦ ਯੂਪੀ ਗਏ। ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਫੇਰ ਦੁਬਾਰਾ ਸਿਆਸਤ ਦੇ ਵਿੱਚ? ਉਹਦੇ ਵਿੱਚ ਇਹ ਹੈ ਵੀ ਮੈਨੂੰ ਕੋਈ ਤਕਲੀਫ ਜਾਂ ਪ੍ਰੋਬਲਮ ਨਹੀਂ ਸੀ। ਮੈਂ ਉਹ ਕਿਸਮਤ ਵਾਲਾ ਆਦਮੀ ਬੰਦਾ ਜਿਹਨੂੰ ਕੇਂਦਰ 'ਚ ਮੰਤਰੀ ਬਣਾਤਾ ਤੇ 3 ਮਹਿਕਮੇ ਮੇਰੇ ਕੋਲ ਸੀ, ਕਿਸੇ ਕੋਲ 3 ਨਹੀਂ ਹੁੰਦੇ। ਫੂਡ ਮਿਨਿਸਟਰ ਆਫ ਇੰਡੀਆ, ਲੇਬਰ ਮਿਨਿਸਟਰ ਆਫ ਇੰਡੀਆ ਤੇ ਸੋਸ਼ਲ ਵੈਲਫੇਅਰ। ਫਿਰ ਮੈਂ ਯੂਪੀ 'ਚ ਬਣਿਆ, ਸਭ ਤੋਂ ਵੱਡਾ ਮਹਿਕਮਾ ਉੱਥੇ ਟੌਰ ਵਾਲਾ ਜੇਲ੍ਹ ਹੈ, ਜਿੱਥੇ ਵੱਡੇ ਖੜ੍ਹਦੇ ਆ ਕੇ ਜੀ ਮੁਲਾਕਾਤ ਫਲਾਨਾ। ਅਤਬਾਰ ਕੀਤਾ ਮੇਰੇ ਤੇ ਅਖਿਲੇਸ਼ ਜੀ ਨੇ, ਬੜੇ ਵੱਡੇ ਆਦਮੀ ਹੈ। ਮੈਂ ਪਾਰਟੀ ਦੁਬਾਰਾ ਬਹਾਲ ਕਰਨ ਦਾ ਐਲਾਨ ਤਾਂ ਕਰਦਾ ਕਿ ਪੰਜਾਬ ਨਾਲ ਪੱਥਰਦਿਲੀ ਨਾਲ ਸਿਆਸੀ ਲੋਕ ਧੋਖਾ ਵੀ ਕਰ ਰਹੇ ਹੈ, ਲੁੱਟ ਵੀ ਕਰ ਰਹੇ ਹੈ, ਪੰਜਾਬੀਅਤ ਵੀ ਖਤਮ ਕਰ ਰਹੇ ਹੈ, ਪੰਜਾਬੀ ਬੋਲੀ ਵੀ ਖਤਮ ਕਰ ਰਹੇ ਹੈ, ਪੰਜਾਬੀਆਂ ਨੂੰ ਨੌਕਰੀਆਂ 'ਚ ਬਾਹਰੋਂ ਲਿਆ ਭਰ ਰਹੇ ਹੈ। ਗੁਆਂਢ ਦਾ ਸੂਬਾ ਕਹੇ 100% ਹਰਿਆਣੇ ਦੇ ਹੋਣਗੇ, ਪ੍ਰਾਈਵੇਟਾਂ 'ਚ 75 ਹੋਣਗੇ, ਇਹ ਕਹਿੰਦੇ 75 ਤੁਸੀਂ ਸਰਕਾਰ 'ਚ ਹੀ ਕਰ। ਹੁਣ ਆ ਟਾਟਿਆਂ ਦੀ, ਚਲੋ ਮੈਂ ਲੰਮੀ ਗੱਲ, ਇਸ ਕਰਕੇ ਮੈਂ ਸੇਵਾ 'ਚ ਕੁੱਦ ਪਿਆ, ਆਪਦੇ ਪੇਕਿਆਂ ਦਾ, ਆਪਦੀ ਧਰਤੀ ਦਾ। ਅਮੋਲ ਜੀ, ਜਿਸ ਤਰ੍ਹਾਂ ਨਾਲ 11 ਸਾਲ ਮਗਰੋਂ ਤੁਸੀਂ ਕਹਿੰਦੇ ਹੋ ਵੀ ਦੁਬਾਰਾ ਲੋਕ ਭਲਾਈ ਪਾਰਟੀ ਸੁਰਜਿਤ ਕਰਨ ਲੱਗੇ ਹੋ, ਕੀ ਸਿਆਸਤ ਦੀ ਦੁਕਾਨ ਨੂੰ ਜੰਗ ਨਹੀਂ ਲੱਗ ਚੁੱਕੀ ਤੁਹਾਡੀ ਇੱਥੇ? ਜਿਹੜੇ ਤੁਹਾਡਾ ਜੰਗ ਕਿਹੜੀ, ਇਹ ਰਾਮੂਵਾਲੀਆ ਹੈ। ਹਰ ਰੋਜ਼ 50 ਤੋਂ 40 ਫਰੋਨ ਲੋਕਾਂ ਦੇ ਕੰਮ ਕਰਦਾ ਸੀ। ਮੈਂ ਆਉਂਦਾ ਜਾਂਦਾ ਰਿਹਾ, ਪਰ ਰਾਜਨੀਤੀ ਸਰਗਰਮੀ ਕੀਤੀ ਆ। ਜਿਹੜੇ ਐਵੇਂ ਥੋੜ੍ਹਾ ਭਰਿਆ ਪਿਆ ਪੰਡਾਲ ਆਏ ਪਏ ਆ, ਮਸਜਿਦ ਜਿੰਨੇ ਵਰਕਰ ਸਾਰੇ ਆਏ ਆ, ਇਸੇ ਕਰਕੇ ਆਏ ਆ। ਜਿਹੜਾ ਅਖਿਲੇਸ਼ ਨੇ ਤੁਹਾਡੇ ਤੇ ਕੀਤਾ ਸੀਗਾ ਤੇ ਤੁਸੀਂ ਹੁਣ ਦੁਬਾਰਾ ਇੱਥੇ ਆ ਰਹੇ ਹੋ, ਉਹਨਾਂ ਦਾ ਹੀ ਐਤਬਾਰ ਤੁਹਾਡੇ ਤੋਂ? ਨਹੀਂ, ਕੋਈ ਐਤਬਾਰ ਨਹੀਂ ਉੱਠਦਾ। ਮੈਂ ਕੋਈ ਸਮਾਜਵਾਦੀ ਪਾਰਟੀ ਉਹਨਾਂ ਦੀਆਂ ਨੀਤੀਆਂ ਨੂੰ ਵੀ ਅਪਣਾਇਆ ਰਹੂੰਗਾ, ਪਰ ਇੱਥੇ ਲੋਕ ਭਲਾਈ ਪਾਰਟੀ ਹੀ ਚੱਲ ਸਕਦੀ ਸੀ। ਅੱਜ ਪਾਰਟੀ ਦੂਜੀ ਹੋਰ ਕੋਈ ਨਹੀਂ ਚੱਲ ਸਕਦੀ। ਤੇ ਲੱਗਦਾ ਨਹੀਂ ਹੈਗਾ ਜਿਸ ਤਰ੍ਹਾਂ ਨਾਲ ਇਲੈਕਸ਼ਨ ਨੇੜੇ ਆ ਰਿਹਾ ਹੈਗਾ, ਦੁਬਾਰਾ ਇੱਕ ਨਵੀਂ ਸਿਆਸਤ ਦੀ ਦੁਕਾਨ ਹੋਰ ਖੁੱਲ੍ਹ ਗਈ ਹੈ? ਵੀ ਸਿਆਸਤ ਦੀ ਦੁਕਾਨ ਹੀ ਕਹਾਂਗੇ, ਲੋਕ ਕਿਤੇ ਜਿਹੜਾ ਦੁਕਾਨ ਤਾਂ ਮੰਨੋ ਜੇ ਸੌਦਾ ਵੇਚਣਾ ਹੋਵੇ, ਅਸੀਂ ਤਾਂ ਲੋਕਾਂ ਦਾ ਸੌਦਾ ਜਿਹੜਾ ਉਹਨੂੰ ਬਚਾਉਣ ਲਈ
ਲੁਟੇਰਿਆਂ ਦੇ ਵਿਰੁੱਧ ਬਣਾਈ ਆ, ਲੋਕਾਂ ਲਈ ਤਾਂ ਬਣਾਈ, ਇਸ ਤੇ ਸੌਦਾ ਹੀ ਨਹੀਂ ਵੇਚਣਾ। ਲੁਟੇਰੇ ਕੌਣ ਨੇ, ਕੌਣ ਇਹ ਭੂਆ ਦਾ ਸੁਭਾਅ ਹਰ ਭਤੀਜੀ ਜਾਣਦੀ ਹੁੰਦੀ ਹੈ ਵੀ ਇਹ ਕੱਚੇ ਮਿੱਠੇ ਨਾਲ ਰੋਟੀ ਖਾਂਦੀ ਨਹੀਂ, ਸਿੱਧੀ ਖੰਡ ਹੀ ਖਾਂਦੀ ਹੈ, ਤੇ ਜਾਣਦੇ ਆ ਸਾਰੇ ਆਪਾਂ। ਨਾਲੇ ਮੈਨੂੰ ਆਉਂਦਾ ਬਹੁਤ ਕੁਝ। ਲੱਗਦਾ ਤਾਂ ਹੁਣ ਲੋਕ ਵਿਸ਼ਵਾਸ ਕਰਨਗੇ ਪੰਜਾਬ ਦੇ, ਜਿਸ ਤਰ੍ਹਾਂ ਚਲੇ ਗਏ ਸੀ ਛੱਡ ਕੇ। ਲਾਈਨਾਂ ਲੱਗ ਜਾਣਗੇ, ਦੇਖਿਓ ਸਹੀ। ਇਹ ਰਾਮੂ ਵਾਲੀ ਆ, ਜਦੋਂ ਕੋਈ ਲੈਣਾ ਹੀ ਕੁਝ ਨਹੀਂ, ਦੇਣਾ ਹੀ ਦੇਣਾ। ਤੇ ਚੋਣਾਂ ਵੀ ਲੜेंगे ਜਾਂ ਸਿਰਫ ਇਕੱਲਾ ਨਹੀਂ ਲੜਾਂਗੇ, ਚੋਣਾਂ ਨਹੀਂ ਲੜਾਂਗੇ। ਫਿਰ ਪਾਰਟੀ ਕਿਸ ਲਈ ਜਾਂ ਚੋਣ ਹੀ ਨਹੀਂ ਲੜਨੀ? ਜੋ ਪਾਰਟੀ ਕਿੰਨੇ ਲੋਕ ਆ ਸਮਾਜ ਸੇਵਾ ਨਹੀਂ ਕਰਦੇ, ਇਹ ਸਿਆਸੀ ਸੇਵਾ। ਸਮਾਜ ਸੇਵੀ ਪਾਰਟੀ ਹੋਊਗੀ ਜਾਂ ਸਿਆਸੀ ਸੇਵਾ, ਸਿਆਸੀ ਚੌਕੀਦਾਰਾ, ਸਿਆਸੀ ਜਾਗਰਤੀ। ਲਟੇਰਿਆਂ ਦਾ ਕਹਿਣਾ ਉਹ ਲਾਗੇ ਤੁਹਾਨੂੰ ਲਟੋਰੇ, ਉਹ ਪੈ ਜਾਓ ਲਟੇਰਿਆਂ ਨੂੰ, ਇਹਨਾਂ ਤੋਂ ਧੱਕੇ ਪਰੇ ਕਰ ਦਿਓ। ਤੇ ਇਹ ਕਿਹਦੇ ਵਿਰੁੱਧ ਪ੍ਰਚਾਰ ਹੋਊਗਾ, ਕਿਹਦੇ ਵਿਰੁੱਧ? ਲਟੇਰਿਆਂ ਦਾ ਤੁਹਾਨੂੰ ਬਾਹਲਾ ਪਤਾ, ਤੁਹਾਨੂੰ ਪੁੱਛਾਂਗੇ ਵੀ ਲਟੇਰੇ ਕਿਹੜੇ ਕਿਹੜੇ। ਤੁਸੀਂ ਦੱਸੋ, ਤੁਸੀਂ ਆਏ ਹੋ ਸਿਆਸਤ 'ਚ। ਉਹ ਮੈਂ ਤਾਂ ਤੁਹਾਨੂੰ ਪੁੱਛੂੰਗਾ ਭਾਰਦਵਾਜ ਸਾਹਿਬ, ਤੁਹਾਨੂੰ ਕੱਲ ਵੀ ਸਮਝਾਇਆ ਸੀ ਵੀ ਅਸੀਂ ਤਾਂ ਸ਼ੁਕਰਗੁਜ਼ਾਰ ਰਹੇ ਨੇ ਡਾਕਟਰ ਓਪੀ ਭਾਰਦਵਾਜ ਦੇ। ਚੰਗਾ ਬਾਈ। ਬਿਲਕੁਲ ਤੁਸੀਂ ਦੇਖਿਆ ਹੈਗਾ ਜਿਹੜਾ ਲੋਕ ਭਲਾਈ ਪਾਰਟੀ ਮੁੜ ਤੋਂ ਪੰਜਾਬ ਦੇ ਵਿੱਚ ਸੁਰਜੀਤ ਕਰਨ ਲਈ ਇਹ ਬਲਵੰਤ ਸਿੰਘ ਰਾਮੂਵਾਲੀਆ ਜੀ ਵੱਲੋਂ ਅੱਜ ਇੱਥੇ ਇੱਕ ਮੀਟਿੰਗ ਕੀਤੀ ਗਈ ਹੈ ਤੇ ਵਰਕਰਾਂ ਦੇ ਨਾਲ ਰੂਬਰੂ ਹੋਏ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਸਿਆਸੀ ਪਾਰਟੀਆਂ ਦੇ ਵਿਰੁੱਧ ਆਪਣਾ ਮੋਰਚਾ ਖੋਲ੍ਹਣਗੇ। ਚੋਣਾਂ ਨਹੀਂ ਲੜਨੀਆਂ, ਸਿਰਫ ਇਹ ਆ ਵੀ ਲੋਕਾਂ ਨੂੰ ਜਾਗਰੂਕ ਕਰਨਗੇ ਅਤੇ ਜਿਹੜੀਆਂ ਸਿਆਸੀ ਪਾਰਟੀਆਂ ਲੋਕਾਂ ਨੂੰ ਲੁੱਟ ਰਹੀਆਂ ਨੇ ਉਹਨਾਂ ਤੋਂ ਬਚਾਉਣ ਦਾ ਐਲਾਨ ਕਰਨਗੇ। ਲੁਧਿਆਣਾ ਤੋਂ ਕੈਮਰਾ ਪਰਸਨ ਪ੍ਰਕਾਸ਼ ਦੇ ਨਾਲ ਤਰਸੇਮ ਭਾਰਦਵਾਜ। ਉਧਰ ਲੁਧਿਆਣਾ ਦੇ ਵਾਰਡ ਨੰਬਰ 52 ਵਿੱਚ ਕਾਂਗਰਸ ਦੇ ਕੌਂਸਲਰ ਗੁਰਦੀਪ ਸਿੰਘ ਨੀਟੂ ਵੱਲੋਂ ਐਮਐਲਏ ਸੁਰਿੰਦਰ ਡਾਵਰ ਦੀ ਅਗਵਾਈ ਵਿੱਚ ਲੱਖਾਂ ਦੀ ਲਾਗਤ ਨਾਲ ਰੋਡ ਦਾ ਉਦਘਾਟਨ ਕੀਤਾ ਗਿਆ। ਇਸ ਦੌਰਾਨ ਇੱਥੇ ਵਾਰਡ ਨੰਬਰ 52 ਤੇ 63 ਦੋਵਾਂ ਦੇ ਕੌਂਸਲਰ ਵੀ ਮੌਜੂਦ ਰਹੇ ਤੇ ਇਸ ਮੌਕੇ ਸੁਰਿੰਦਰ ਡਾਵਰ ਦਾ ਕਹਿਣਾ ਸੀ ਕਿ ਇਲਾਕੇ ਵਿੱਚ ਜੋ ਵਾਅਦੇ ਲੋਕਾਂ ਨਾਲ ਕੀਤੇ ਗਏ ਸੀ ਉਹ ਸਾਰੇ ਪੂਰੇ ਕੀਤੇ ਗਏ ਨੇ ਅਤੇ ਉਹਨਾਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਸਰਕਾਰ ਦੇ ਹੀ ਸੱਤਾ ਵਿੱਚ ਆਉਣ ਦਾ ਦਾਅਵਾ ਵੀ ਕੀਤਾ। ਅਸੀਂ ਅੱਜ ਵਾਰਡ ਨੰਬਰ 52 ਔਰ 63 ਦੇ ਦਰਮਿਆਨ 'ਚ ਖੜੇ ਹਾਂ। ਦੋਨਾਂ ਹੀ ਵਾਰਡਾਂ ਦਾ ਹਿੱਸਾ ਲੱਗਦਾ। ਮੇਰੇ ਦੋਨੋਂ ਕੌਂਸਲਰ ਗੁਰਦੀਪ ਸਿੰਘ ਨੀਟੂ ਵਾਰਡ ਨੰਬਰ 52 ਤੋਂ, 63 ਤੋਂ ਬੱਲੂ ਜੀ, ਨਾਲ ਗੁਰਭੇਜ ਜੀ ਆ, ਸਾਰੇ ਬਿੱਲਾ ਜੀ, ਸਾਰੇ ਲక్ష్మణ ਜੋਧੀਆ, ਸਾਰੇ ਸਾਡੇ ਸਾਥੀ ਇੱਥੇ ਕਪੂਰ ਸਾਹਿਬ ਸਾਰੇ ਹੀ ਖੜੇ ਨੇ, ਰਮੇਸ਼ ਜੀ। ਸੋ ਬੜੀ ਦੇਰ ਤੋਂ ਇਸ ਇਲਾਕੇ ਦੇ ਲੋਕਾਂ ਦੀ ਮੰਗ ਸੀ, ਕਿਉਂਕਿ ਪਹਿਲਾਂ ਅਸੀਂ ਸੀਵਰ ਪਵਾਇਆ। ਸੀਵਰ ਸੀ ਉੱਚਾ ਨੀਵਾਂ, ਪਿੱਛੋਂ ਨੀਵਾਂ ਸੀ, ਅੱਗੋਂ ਉੱਚਾ ਸੀ, ਪਾਣੀ ਪ੍ਰੋਪਰ ਜਾਂਦਾ ਨਹੀਂ ਸੀ। ਸੋ ਇਹਦਾ ਅਸੀਂ ਕਿੰਨਾ 60 ਲੱਖ ਰੁਪਇਆ ਸੀ ਬਈ, 60 ਲੱਖ ਦੀ ਲਾਗਤ ਦੇ ਨਾਲ ਅਸੀਂ ਇਹਦਾ ਸਾਰਾ ਸੀਵਰ ਪਵਾਇਆ ਤਾਂ ਕਿ ਪਿਛਲੇ 50-60 ਸਾਲ ਤੋਂ ਲੋਕਾਂ ਨੂੰ ਸੀਵਰ ਦੀ ਬੜੀ ਦਿੱਕਤ ਆ ਰਹੀ ਸੀ। ਸੀਵਰ ਤੋਂ ਬਾਅਦ ਸੜਕ ਉਖੜ ਗਈ ਹੈ, ਲੋਕ ਬੜੇ ਪਰੇਸ਼ਾਨ ਹੋ ਰਹੇ ਨੇ। ਇਹ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਕੋਟੇ ਦੇ ਵਿੱਚੋਂ ਅਸੀਂ ਪੈਸੇ ਮੰਗਾਏ ਨੇ, ਉਹਦੇ ਵਿੱਚੋਂ ਅਸੀਂ ਕਿੰਨੇ ਲੱਖ ਦਾ ਵੀਰੇ? 57 ਲੱਖ ਦੀ ਲਾਗਤ ਦੇ ਨਾਲ ਆਰਐਮਸੀ ਦਾ ਕੰਮ ਹੈ। ਸਾਰੀਆਂ ਸੀਮੈਂਟ ਬਜਦੀਆਂ ਇਹ ਸੜਕਾਂ ਬਣ ਜਾਣਗੀਆਂ। ਇਹੀ ਸਭ ਤੋਂ ਪਹਿਲੇ ਤਾਂ ਮੈਂ ਸ਼੍ਰੀ ਸੁਰਿੰਦਰ ਡਾਵਰ ਜੀ ਦਾ ਬੜਾ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ PIDB ਦੇ ਵਿੱਚੋਂ ਇਹ ਪੈਸੇ ਲਿਆ ਕੇ CM ਕੋਟੇ ਦੇ ਵਿੱਚੋਂ ਇਹ ਜਿਹੜੀ ਸੜਕ ਦਾ ਉਦਘਾਟਨ ਜਿਹੜਾ ਅੱਜ ਕੀਤਾ। ਮੈਂ ਸਾਰੇ ਇਲਾਕੇ ਨੂੰ ਬਹੁਤ ਬਹੁਤ ਵਧਾਈ ਦਿੰਦਾ, ਕਿਉਂਕਿ ਇਹ ਸੜਕ ਦੀ ਹਾਲਤ ਜਿਹੜੀ ਆ ਪਿਛਲੇ ਕਾਫੀ ਸਮੇਂ ਤੋਂ ਬੜੀ ਖਸਤਾ ਸੀ। ਇੱਥੇ ਪਹਿਲਾਂ ਸੀਵਰ ਪਾਇਆ ਗਿਆ, ਸੀਵਰ ਪਾਉਣ ਤੋਂ ਬਾਅਦ ਹੁਣ ਇਹ ਜਿਹੜਾ ਕੰਮ ਹੈ ਅੱਜ ਇਹ ਸਟਾਰਟ ਹੋ ਗਿਆ। ਦੇਖੋ ਵਿਕਾਸ ਦੀ ਜਿਹੜੀ ਗੱਲ ਹੈ, ਡਾਵਰ ਸਾਹਿਬ ਸੱਚਮੁੱਚ ਹੀ ਵਿਕਾਸ ਪੁਰਸ਼ ਨੇ। ਇਹਨਾਂ ਨੇ ਵਿਕਾਸ ਦੀ ਗੱਲ ਕੀਤੀ ਹੈ। ਜਿਹੜੇ ਵਿਕਾਸ ਦੀ ਗੱਲ ਕਰਦੇ ਆ ਹਮੇਸ਼ਾ ਹੀ ਉਹ ਬੁਲੰਦੀਆਂ ਤੇ ਜਾਂਦੇ ਆ। ਅੱਜ ਲੋਕ ਜਿਹੜੇ ਆ ਉਹ ਡਾਵਰ ਸਾਹਿਬ ਨੂੰ ਕਿਉਂ ਚਾਹ ਰਹੇ ਆ? ਕਿਉਂਕਿ ਸਾਡੇ ਹਰ ਵਾਰਡਾਂ ਦੇ ਵਿੱਚ ਜਿਹੜਾ ਵਿਕਾਸ ਜਿਹੜਾ ਉਹ ਕਾਫੀ ਜੰਗੀ ਪੱਧਰ ਦੇ ਉੱਤੇ ਚੱਲ ਰਿਹਾ। ਮੰਜ ਫੱਗੂਵਾਲ ਵਿਖੇ ਅਕਾਲੀ ਵਰਕਰਾਂ ਵੱਲੋਂ ਵਿਧਾਇਕ ਵੈਦ ਦੇ ਖਿਲਾਫ ਮੋਰਚਾ ਖੋਲ੍ਹਣ ਦਾ ਐਲਾਨ ਕੀਤਾ ਗਿਆ। ਦੱਸ ਦਈਏ ਕਿ ਹਲਕਾ ਗਿੱਲ ਤੋਂ ਵਿਧਾਇਕ ਕੁਲਦੀਪ ਸਿੰਘ ਵੈਦ ਵੱਲੋਂ ਸੋਸ਼ਲ ਮੀਡੀਆ ਤੇ ਪਿੰਡ ਮੰਜ ਫੱਗੂਵਾਲ ਦੀ ਅਕਾਲੀ ਟੀਮ ਨੂੰ ਕਾਂਗਰਸ ਵਿੱਚ ਸ਼ਾਮਲ ਕਰਨ ਦਾ ਬਿਆਨ ਦਿੱਤਾ ਗਿਆ ਸੀ, ਜਿਸ ਤੇ ਪਿੰਡ ਮੰਜ ਫੱਗੂਵਾਲ ਦੇ ਅਕਾਲੀ ਵਰਕਰਾਂ ਵੱਲੋਂ ਭਾਰੀ ਰੋਸ ਜਤਾਇਆ ਗਿਆ। ਇਸ ਦੌਰਾਨ ਨਗਰ ਨਿਵਾਸੀਆਂ ਅਤੇ ਅਕਾਲੀ ਵਰਕਰਾਂ ਨੇ ਵਿਧਾਇਕ ਵੈਦ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਵਿਧਾਇਕ ਵੈਦ ਆਪਣੇ ਇਸ ਬਿਆਨ ਨੂੰ ਵਾਪਸ ਨਹੀਂ ਲੈਂਦੇ ਤਾਂ ਉਹ ਆਉਣ ਵਾਲੇ ਸਮੇਂ ਅੰਦਰ ਵਿਧਾਇਕ ਵੈਦ ਦਾ ਘਿਰਾਓ ਕਰਨ ਦੇ ਨਾਲ ਕਾਲੇ ਝੰਡੇ ਦਿਖਾਉਣਗੇ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਗਿੱਲ ਅੰਦਰ ਕਾਂਗਰਸ ਪਾਰਟੀ ਦਾ ਵਜੂਦ ਖਤਮ ਹੋਣ ਦੀ ਕਗਾਰ ਤੇ ਪਹੁੰਚ ਚੁੱਕਿਆ, ਜਿਸ ਕਾਰਨ ਕਾਂਗਰਸੀ ਵਿਧਾਇਕ ਬੋਖਲਾਹਟ ਵਿੱਚ ਆ ਕੇ ਝੂਠੀ ਬਿਆਨਬਾਜ਼ੀ ਕਰ ਰਹੇ ਨੇ। ਉਹਨਾਂ ਵਿਧਾਇਕ ਵੈਦ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਉਹ ਲੋਕਾਂ ਦੇ ਹਿੱਤਾਂ ਲਈ ਕੰਮ ਕਰਨ, ਨਾ ਕਿ ਝੂਠ ਬੋਲ ਕੇ ਆਮ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਨ। ਵਿਧਾਨ ਸਭਾ ਹਲਕਾ ਗਿੱਲ ਦੇ ਪਿੰਡ ਮੱਝ ਫੱਗੂਵਾਲ ਦੇ ਵਿੱਚ ਪਿੰਡ ਵਾਸੀਆਂ ਨੇ ਇਕੱਠ ਕੀਤਾ ਸੀਗਾ, ਜਿਹਦੇ ਵਿੱਚ ਉਹਨਾਂ ਨੇ ਮੈਨੂੰ ਬੁਲਾਇਆ ਸੀਗਾ। ਪਿੰਡ ਵਾਸੀਆਂ ਦੇ ਵਿੱਚ ਬਹੁਤ ਵੱਡਾ ਰੋਸ ਆ ਕਿ ਵਿਧਾਇਕ ਵੈਦ ਜਿਹੜਾ ਹੈਗਾ ਉਹਨੇ
ਫੇਸਬੁੱਕ ਤੇ ਇਹ ਬਿਆਨ ਦਿੱਤਾ ਵਾ ਕਿ ਮੱਝ ਫਗਵਾਲ ਦੇ ਜਿਹੜੇ ਟਕਸਾਲੀ ਅਕਾਲੀ ਪਰਿਵਾਰ ਨੇ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ, ਜਦ ਕਿ ਇੱਕ ਵੀ ਬੰਦਾ ਉੱਥੇ ਪਿੰਡ ਦੇ ਵਿੱਚ ਉਹਨਾਂ ਨੇ ਬਿਆਨ ਕੀਤਾ ਵੀ ਸ਼ਾਮਲ ਨਹੀਂ ਹੋਇਆ। ਈਵਨ ਜਿਨ੍ਹਾਂ ਦੇ ਘਰ ਉਹ ਜਾ ਕੇ ਚਾਹ ਪੀ ਕੇ ਆਇਆ, ਉਹਦੇ ਗਨਮੈਨ ਦਾ ਸਾਲਾ ਵਾ ਜਿਹਦੇ ਘਰ ਚਾਹ ਪੀਤੀ ਆ, ਉਹ ਵੀ ਅਕਾਲੀ ਪਾਰਟੀ ਨਾਲ ਉਹਨੇ ਵੀ ਬਿਆਨ ਦਿੱਤੇ ਆ ਵੀ ਮੈਂ ਕਾਂਗਰਸੀ ਨਹੀਂ, ਮੈਂ ਅਕਾਲੀ ਹਾਂ, ਸਿਰਫ ਮੇਰੇ ਰਿਸ਼ਤੇਦਾਰ ਕਰਕੇ ਨਾਲ ਲੈ ਕੇ ਚਾਹ ਪੀ ਕੇ ਗਿਆ ਵਾ, ਇਸ ਤੋਂ ਬਾਅਦ ਕੁਝ ਨਹੀਂ ਹੋਇਆ। ਸੋ ਲੋਕਾਂ ਨੇ ਇਸ ਗੱਲ ਦਾ ਬਹੁਤ ਵੱਡਾ ਜਿੱਥੇ ਰੋਸ ਦਿਖਾਇਆ ਹੈਗਾ, ਉੱਥੇ ਉਹਨਾਂ ਨੇ ਇਹ ਵੀ ਕਿਹਾ ਵੀ ਸਾਡੇ ਪਿੰਡ ਨੂੰ 1 ਰੁਪਈਆ ਨਹੀਂ ਦਿੱਤਾ। ਬਿਆਨ ਦੇ ਰਿਹਾ ਵੀ ਮੈਂ 40 ਲੱਖ ਰੁਪਏ ਦਿੱਤਾ। ਉਹ ਮੈਂਬਰ ਪੰਚਾਇਤ ਆ ਇਕਬਾਲ ਸਿੰਘ, ਜਿਹਦੀ ਅਗਵਾਈ 'ਚ ਮੀਟਿੰਗ ਹੋਈ ਸੀਗੀ। ਸਾਡੇ ਪ੍ਰੋਬਲਮ ਸੀ ਜੀ ਹਲਕਾ ਵਿਧਾਇਕ ਕੁਲਦੀਪ ਸਿੰਘ ਵੈਦ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇਹਨਾਂ ਨੇ ਫੇਸਬੁੱਕ ਤੇ ਪਾਇਆ ਵੀ ਮੱਝ ਫੱਗੋਵਾਲ ਦੇ ਜਿਹੜੇ ਟਕਸਾਲੀ ਪਰਿਵਾਰ ਆ ਸਾਰਾ ਅਕਾਲੀ ਦਲ ਦੀ ਟੀਮ ਕਾਂਗਰਸ ਜੁਆਇਨ ਕਰ ਗਈ ਆ, ਜੋ ਕਿ ਸਰਾਸਰ ਝੂਠ ਆ। ਕਿਸੇ ਵੀ ਬੰਦੇ ਨੇ ਸ਼ਾਮਲ ਨਹੀਂ ਹੋਇਆ ਇਹਨਾਂ 'ਚ, ਇਹ ਝੂਠੀ ਰਾਜਨੀਤੀ ਕਰ ਰਹੇ ਆ। ਮੈਂ ਮੌਜੂਦਾ ਮੈਂਬਰ ਪੰਚਾਇਤ ਇੱਥੋਂ ਦਾ, ਇੱਕ ਮੁੰਡਾ ਹੋਰ ਆ ਗਰੇਵਾਲ ਨਰਿੰਦਰ ਸਿੰਘ ਗਰੇਵਾਲ, ਜਿਹੜਾ ਸਾਡੇ ਪਿੰਡ ਪਿਛਲੀ ਦਿਨੀ ਵੀ ਆਏ, ਉਹਨਾਂ ਨੇ 40 ਲੱਖ ਰੁਪਏ ਦਾ ਗ੍ਰਾਂਟ ਕਹਿ ਕੇ ਪਿੰਡ ਵਾਲਿਆਂ ਤੋਂ ਤਾੜੀਆਂ ਮਰਵਾਈਆਂ। ਮੇਰੇ ਜਿਹੜੇ ਕਿ ਚੈੱਕ ਤੇ ਸਾਈਨ ਹੁੰਦੇ ਉੱਥੇ, ਕੋਈ 40 ਲੱਖ ਨਹੀਂ ਆਇਆ ਸਾਡੀ ਗ੍ਰਾਂਟ। ਜੇ ਆ ਤੇ ਸਾਬਤ ਕਰ ਦੇਣ ਜੋ ਵੀ ਸਾਡਾ ਪਿਛਲਾ ਕੰਮ ਹੋਇਆ, ਉਹ ਅਕਾਲੀ ਦਲ ਦੀ ਸਰਕਾਰ ਵੇਲੇ ਜ਼ਰੂਰ ਹੋਏ ਸੀ। ਪਿੰਡ 'ਚ ਕੰਮ ਸੀਵਰੇਜ ਹੋ ਗਿਆ, ਕੰਕਰੀਟ ਦੀਆਂ ਗਲੀਆਂ ਹੋ ਗਈਆਂ, ਸਾਰੇ ਕੰਮ। ਇੱਕ 4000 ਵੀ ਇੱਟ ਪੱਕੀ ਨਹੀਂ ਲੱਗੇਗੀ। ਸਾਰੀ ਤੇ ਸਾਰੀ ਝੂਠੀ ਰਾਜਨੀਤੀ ਕਰ ਰਹੇ ਆ, ਨਾ ਕੋਈ ਸਾਡਾ ਬੰਦਾ ਕਾਂਗਰਸ ਜਾ ਰਿਹਾ। ਐਵੇਂ ਇਹ ਅਸੀਂ ਇਸ ਦੀ ਖੋਰ ਨਿੰਦਿਆ ਕਰਦੇ ਹਾਂ। ਇੱਥੇ ਪ੍ਰੋਗਰਾਮ ਸੀ ਜੀ, ਇਹ ਪਿੰਡ ਨਗਰ ਵਾਲਿਆਂ ਨੇ ਸਾਡਾ ਸੈਨਪੁਰਾ ਤੇ ਮੱਝ ਫਗਵਾਲ ਸਾਡੀਆਂ ਵੱਟਾਂ ਸਾਂਝੀਆਂ। ਇਹਨਾਂ ਨੇ ਕੋਈ ਸੋਸ਼ਲ ਮੀਡੀਆ ਤੇ ਦੇਖਿਆ, ਇਕਬਾਲ ਸਿੰਘ ਨੇ ਵੀ ਉਹਨਾਂ ਨੇ ਉਹ ਪਾਇਆ ਹੋਇਆ ਵੀ ਇੱਥੋਂ ਸਾਰੇ ਲੋਕ ਜਿਹੜੇ ਬੰਦੇ ਆ ਉਹ ਕਾਂਗਰਸ 'ਚ ਰਲ ਗਏ। ਉਹ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਬੈਦ ਸਾਹਿਬ ਕੋਲ ਇੱਕ ਉਹ ਸੋਸ਼ਲ ਵਾਲਾ ਹੀ ਕੰਮ ਆ, ਇਹਦਾ ਵੀਡੀਓ ਵਾਲਾ ਹੀ, ਸੋਸ਼ਲ ਮੀਡੀਆ ਦਾ। ਹਾਂ, ਅਸਲ ਕੁਝ ਨਹੀਂ ਹੈਗਾ। ਪਬਲਿਕ ਨਾਲ ਜਿਹੜਾ ਆਪਾਂ ਬਹਿ ਕੇ ਗੱਲ ਕਰਦੇ ਆ, ਤੁਸੀਂ ਮੈਂ ਅੱਗੇ ਕਰਦਾ ਉਹਨਾਂ ਵੀ ਸਾਡੇ ਤੱਕ ਕਦੇ ਨਗਰ 'ਚ ਹੀ ਨਹੀਂ ਆਏ। ਸਾਨੂੰ ਇਹ ਨਹੀਂ ਪਤਾ ਵੀ ਉਹ, ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਖਬਰਾਂ ਕਿਵੇਂ ਬਣ ਜਾਂਦੀਆਂ, ਫਿਰ ਉਹ ਮੀਡੀਆ ਕਿਉਂ ਲਾਉਂਦਾ, ਜਾਂ ਕੋਈ ਖਾਸ ਵਿਸ਼ੇਸ਼ ਮੀਡੀਆ ਹੀ ਕਿਉਂ ਲਾਉਂਦਾ ਜਾਂ ਨਹੀਂ ਲਾਉਂਦਾ, ਉਹ ਕੋਈ ਕੁਛ ਨਹੀਂ। ਸੋਸ਼ਲ ਮੀਡੀਆ ਤੋਂ ਬਗੈਰ ਸਾਡਾ ਜਿਹੜਾ ਨਾਲ ਨਗਰ ਆ ਸੈਨਪੁਰਾ, 7-8 ਹਜ਼ਾਰ ਵੋਟ ਦਾ ਪਿੰਡ ਆ। ਦੋ ਨਗਰ ਨੇ, ਉਹ ਰਾਜਪੁਰਾ ਔਰ ਹੁਸੈਨਪੁਰਾ। ਸਾਡੇ ਮੇਰੇ ਤੋਂ ਬਗੈਰ, ਮੈਂ ਸਾਬਕਾ ਸਰਪੰਚ ਆ, ਮੈਂ ਹੋ ਸਕਦਾ ਮੈਂ ਕਿਸੇ ਦੀ ਪੱਖ ਦੀ ਗੱਲ ਕਰਾਂ, ਕਿਸੇ ਆਮ ਬੰਦੇ ਨੂੰ ਪੁੱਛ ਲਓ ਵੀ ਆਪਣੇ ਪਿੰਡ ਆਏ ਆ ਕਦੇ। ਤੇ ਉੱਥੇ ਹੀ ਲੁਧਿਆਣਾ ਦੇ ਗੁਰੂ ਨਾਨਕ ਭਵਨ ਦੇ ਵਿੱਚ ਵਿਛੜੇ ਪੱਤਰਕਾਰਾਂ ਨੂੰ ਸ਼ਰਧਾਂਜਲੀ ਦੇਣ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਆਰਥਿਕ ਮਦਦ ਦੇਣ ਦੇ ਲਈ ਯੂਨਾਈਟਿਡ ਪ੍ਰੈਸ ਕਲੱਬ ਵੱਲੋਂ ਸਮਾਗਮ ਕਰਵਾਇਆ ਗਿਆ। ਤੇ ਇਸ ਸਮਾਗਮ ਦੇ ਵਿੱਚ ਪਿਛਲੇ ਦਿਨਾਂ ਵਿੱਚ ਵਿਛੜੇ ਪੱਤਰਕਾਰਾਂ ਦੇ ਪਰਿਵਾਰਾਂ ਨੂੰ 51,000 ਰੁਪਏ ਦੇ ਚੈੱਕ ਦਿੱਤੇ ਗਏ ਨੇ। ਉੱਥੇ ਕਲੱਬ ਵੱਲੋਂ 3 ਲੋੜਵੰਦ ਬੱਚਿਆਂ ਦੀ ਪੜ੍ਹਾਈ ਦਾ ਖਰਚ ਵੀ ਚੁੱਕਿਆ ਗਿਆ। ਸਮਾਗਮ ਦੇ ਵਿੱਚ ਦਿੱਲੀ NDTV ਤੋਂ ਪਹੁੰਚੇ ਪੱਤਰਕਾਰ ਸ਼ਰਦ ਸ਼ਰਮਾ ਨੇ ਇਸ ਉਪਰਾਲੇ ਦੀ ਸਰਾਹਨਾ ਕੀਤੀ ਹੈ ਤੇ ਇਸ ਦੇ ਨਾਲ ਹੀ ਕਲੱਬ ਦੇ ਚੇਅਰਮੈਨ ਮੁਨੀਸ਼ ਅਤਰੀ ਨੇ ਵੀ ਕਿਹਾ ਕਿ ਕਲੱਬ ਵੱਲੋਂ ਇਸ ਤਰ੍ਹਾਂ ਦੇ ਉਪਰਾਲੇ ਕਰਵਾਉਣ ਦੇ ਯਤਨ ਕੀਤੇ ਜਾਣਗੇ। ਲੁਧਿਆਣਾ ਦੇ ਗੁਰੂ ਨਾਨਕ ਭਵਨ ਦੇ ਵਿੱਚ ਯੂਨਾਈਟਿਡ ਪ੍ਰੈਸ ਕਲੱਬ ਵੱਲੋਂ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿੱਥੇ ਕਿ ਜਿਹੜੇ ਪਿਛਲੇ ਦਿਨੇ ਪੱਤਰਕਾਰ ਜਿਹੜੇ ਸਾਤੋਂ ਵਿਛੜ ਗਏ ਸੀ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਕੁਝ ਮਾਲੀ ਮਦਦ ਦਿੱਤੀ ਗਈ। ਸਾਡੇ ਨਾਲ ਦਿੱਲੀ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਨੇ शरद शर्मा जी, NDTV ਤੋਂ ਗੱਲ ਕਰਾਂਗੇ ਉਹਨਾਂ ਨਾਲ। ਕੀ ਕਹਿਣਾ ਚਾहेंगे सर, आप क्या कहना चाहेंगे, आप यहाँ पर आए? देखिए, पहली बात तो ये है कि पत्रकार कौम जो होती है, पत्रकार बिरादरी होती है, उसके साथ एक समस्या हमेशा से रही है कि वो दुनिया जहान की बातें करते हैं लेकिन कभी अपने बिरादरी के बारे में या अपने बारे में बात नहीं करते। जैसे कोरोना के दौरान ये सारी रिपोर्टिंग हुई कि क्या हो रहा है, कैसे लोग अपनी जान गंवा रहे हैं। बहुत ही कम रिपोर्टिंग जो है इस बात की हुई कि जो कवर कर रहा है पत्रकार, हम जैसे पत्रकार जो कवर कर रहे हैं, वो किस स्थिति से गुजर रहे हैं। हम जैसे रोज़ाना कवर कर रहे थे, हमारे मन में ये डर था कि हम कहीं अपने परिवार के लिए, क्योंकि परिवार तो हमारे भी हैं, इंसान ही तो हैं, समाज से में तो हम भी रहते हैं, कहीं अलग हम तो अलग नहीं रहते हैं, तो कहीं कवर करते हुए हम अपने परिवार के लिए कहीं मौत तो नहीं लेके आ रहे हैं, कहीं से इन्फेक्शन तो नहीं लेके आ रहे हैं। और जिन लोगों ने अपनी इस दौरान जान गंवाई कोरोना से, उनको श्रद्धांजलि। लेकिन बड़ी बात यह है कि जैसे मैंने कहा कि हम अपने लिए नहीं सोचते हैं, तो पहली बार इस तरह का एक प्रयास किया गया है कि एक आयोजन किया गया, प्रोग्राम किया गया, और भले ही थोड़ी बहुत मदद की गई, चाहे मैं कह रहा हूँ 1 रुपये की भी मदद की गई, पत्रकार ने पत्रकार की मदद तो की, तो ये एक बहुत अच्छा प्रयास है। और मुझे लगता है कि ऐसे प्रयास जो हैं
वो होते रहने चाहिए, ताकि पत्रकार बिरादरी जो है वो आपस में, क्योंकि जिसके घर में कोई चला गया, कमाने वाला चला गया, घर से उनके अपने चले गए, हम कहते तो हम समझ सकते हैं, लेकिन ये झूठ बात है, कोई नहीं समझता। जिस पे बीतती है सिर्फ वही जानता है कि क्या बीती है। तो इसीलिए ऐसे प्रयास जो हैं ये जितने बड़े स्तर पर हों, और अगर ऐसे प्रयास राष्ट्रीय नीति कोई बनवा सकें पत्रकारों के लिए, तो मुझे लगता है कि वो सबसे अच्छी बात होगी, सबसे अच्छा आउटकम जो होगा वो ऐसे कार्यक्रम का होगा। ਬਿਲਕੁਲ ਸ਼ਰਦ ਸ਼ਰਮਾ ਜੀ ਸਾਡੇ ਨਾਲ ਸੀ। ਉਹਨਾਂ ਨੇ ਦੱਸਿਆ ਜਿਸ ਤਰ੍ਹਾਂ ਨਾਲ ਮਹਾਮਾਰੀ ਕਰੋਨਾ ਦੇ ਦੌਰਾਨ ਕਈ ਪੱਤਰਕਾਰਾਂ ਨੂੰ ਆਪਣੀ ਜਾਨ ਗਵਾਉਣੀ ਪਈ, ਪੱਤਰਕਾਰਾਂ ਨੇ ਆਪਣੀ ਜਾਨ ਤੇ ਖੇਡਦੇ ਹੋਏ ਰਿਪੋਰਟਿੰਗ ਕੀਤੀ ਹੈ। ਉਹਨਾਂ ਨੂੰ ਵੀ ਹਮੇਸ਼ਾ ਡਰ ਰਹਿੰਦਾ ਸੀਗਾ। ਪੱਤਰਕਾਰ ਦੂਜਿਆਂ ਲਈ ਜ਼ਰੂਰ ਕਰਦੇ ਲੇਕਿਨ ਉਹਨਾਂ ਲਈ ਕੋਈ ਨਹੀਂ ਕਰਦਾ। ਅੱਜ ਯੂਨਾਈਟਿਡ ਪ੍ਰੈਸ ਕਲੱਬ ਵੱਲੋਂ ਪੱਤਰਕਾਰਾਂ ਨੇ ਪੱਤਰਕਾਰਾਂ ਦੀ ਮਦਦ ਕੀਤੀ ਹੈ, ਮੰਨ ਲਈ ਉਹਦੀ ਵੀ ਸਰਾਹਨਾ ਕੀਤੀ ਹੈ। ਉਹਨਾਂ ਨੇ ਕਿਹਾ ਦੇਸ਼ ਪੱਧਰ ਤੇ ਵੀ ਇਸ ਤਰ੍ਹਾਂ ਦੇ ਉਪਰਾਲੇ ਹੋਣੇ ਚਾਹੀਦੇ ਨੇ ਤਾਂ ਜੋ ਪੱਤਰਕਾਰਾਂ ਦੇ ਵਿੱਚ ਵੀ ਇੱਕ ਜਿਹੜੀ ਭਾਵਨਾ ਪੈਦਾ ਹੋ ਸਕੇ, ਜਿਹੜੇ ਕੰਮ ਕਰਦੇ ਨੇ ਉਹਨਾਂ ਨੂੰ ਵੀ ਹੌਸਲਾ ਹੋਵੇ ਤਾਂ ਜੋ ਆਪਣਾ ਕੰਮ ਇਸੇ ਤਰ੍ਹਾਂ ਨਾਲ ਦਲੇਰੀ ਨਾਲ ਕਰਦੇ ਰਹਿਣ ਤੇ ਇਹ ਸਰਕਾਰ ਦੀਆਂ ਕਮੀਆਂ, ਸਰਕਾਰ ਦੀਆਂ ਚੰਗਿਆਈਆਂ ਨੂੰ ਲੋਕਾਂ ਤੱਕ ਲਿਜਾਂਦੇ ਰਹਿਣ। ਪਰ ਉਹਨਾਂ ਦੇ ਮਨ ਦੇ ਵਿੱਚ ਜਦ ਤੱਕ ਹੌਸਲਾ ਆਊਗਾ ਵੀ ਸਰਕਾਰ ਉਹਨਾਂ ਦੀ ਮਦਦ ਕਰੂ ਜਾਂ ਪੱਤਰਕਾਰ ਭਾਈਚਾਰਾ ਉਹਨਾਂ ਦੇ ਨਾਲ ਹੈਗਾ, ਤਾਂ ਹੀ ਉਹ ਇਸ ਤਰ੍ਹਾਂ ਕਰ ਸਕਦੇ। ਅੱਜ ਦੇ ਇਸ ਕਦਮ ਦੀ ਉਹਨਾਂ ਵੱਲੋਂ ਬੜੀ ਸ਼ਲਾਘਾ ਕੀਤੀ ਗਈ ਹੈ। ਲੁਧਿਆਣਾ ਤੋਂ ਕੈਮਰਾ ਪਰਸਨ ਰੋਹਿਤ ਦੇ ਨਾਲ ਤਰਸੇਮ ਭਾਰਦਵਾਜ। ਲੁਧਿਆਣਾ ਦੇ ਗੁਰੂ ਨਾਨਕ ਭਵਨ ਦੇ ਵਿੱਚ ਇੱਕ ਵਿਲੱਖਣ ਪ੍ਰੋਗਰਾਮ ਕਰਾਇਆ ਗਿਆ। ਪੱਤਰਕਾਰਾਂ ਨੇ ਪੱਤਰਕਾਰਾਂ ਲਈ ਅੱਜ ਪ੍ਰੋਗਰਾਮ ਕਰਾਇਆ। ਪੱਤਰਕਾਰਾਂ ਵੱਲੋਂ ਅੱਜ ਉਹਨਾਂ ਪੱਤਰਕਾਰਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਆ ਤੇ ਉਹਨਾਂ ਪਰਿਵਾਰਾਂ ਦੀ ਮਦਦ ਕੀਤੀ ਗਈ ਆ ਜਿਹੜੇ ਕਰੋਨਾ ਦੌਰਾਨ ਜਾਂ ਕਿਸੇ ਹੋਰ ਗੱਲ ਤੋਂ ਲੈ ਕੇ ਜਿਹਨਾਂ ਦੀ ਡੈਥ ਹੋਈ ਆ, ਘਰਦਿਆਂ ਨੂੰ ਛੱਡ ਕੇ ਚਲੇ ਗਏ ਨੇ, ਪੱਤਰਕਾਰ ਪਰਿਵਾਰ ਨੂੰ ਛੱਡ ਕੇ ਚਲੇ ਗਏ ਨੇ। ਉਸ ਤੋਂ ਬਾਅਦ ਉਹਨਾਂ ਦੇ ਪਰਿਵਾਰਾਂ ਦੀ ਮਾਲੀ ਮਦਦ ਕੀਤੀ ਗਈ ਆ। ਯੂਨਾਈਟਿਡ ਪ੍ਰੈਸ ਕਲੱਬ ਵੱਲੋਂ ਸਾਡੇ ਨਾਲ ਚੇਅਰਮੈਨ ਨੇ ਯੂਨਾਈਟਿਡ ਪ੍ਰੈਸ ਕਲੱਬ ਦੇ ਮਨੀਸ਼ ਛਤਰੀ ਜੀ ਗੱਲ ਕਰਾਂ, ਕੀ ਕਹਿਣਾ ਚਾਹੋਗੇ ਜੀ ਅੱਜ ਦਾ ਪ੍ਰੋਗਰਾਮ ਪੱਤਰਕਾਰਾਂ ਵੱਲੋਂ ਪੱਤਰਕਾਰਾਂ ਲਈ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਕਹਿੰਦਾ ਕਿ ਜਦੋਂ ਵੀ ਸਮਾਜ ਨੂੰ ਕਿਸੇ ਕਿਸਮ ਦੀ ਜ਼ਰੂਰਤ ਪੈਂਦੀ ਹੈ ਤੇ ਸਾਰਿਆਂ ਨੂੰ ਪਹਿਲਾਂ ਪੱਤਰਕਾਰ ਹੀ ਸਾਹਮਣੇ ਆ ਕੇ ਖੜ੍ਹਦੇ ਨੇ। ਕੀ ਦਿੱਕਤਾਂ ਹੈਗੀਆਂ ਸਮਾਜ ਦੇ ਲੋਕਾਂ ਨੂੰ, ਉਹਨੂੰ ਐਡਮਿਨਿਸਟ੍ਰੇਸ਼ਨ ਨੂੰ ਜਾਗਰੂਕ ਕਰਾਉਂਦੇ ਨੇ ਕਿ ਇਹ ਹੈਗੀ ਹੈ, ਪ੍ਰੋਬਲਮ ਹੈਗੀ ਹੈ। ਪਰ ਬੜੇ ਅਫਸੋਸ ਦੀ ਗੱਲ ਹੈ ਕਿ ਜਦੋਂ ਪੱਤਰਕਾਰ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਹੈ, ਜਿੱਦਾਂ ਹੁਣ ਤੁਸੀਂ ਗੱਲ ਕੀਤੀ ਕਿ ਜਿਹੜੇ ਪੱਤਰਕਾਰ ਸਾਡੇ ਤੋਂ ਵਿਛੜ ਗਏ, ਉਹਨਾਂ ਦੇ ਪਰਿਵਾਰ ਹੈ ਜਿਹੜੇ, ਉਹਨਾਂ ਦੇ ਜੇ ਆਰਥਿਕ ਤੰਗੀ ਦਾ ਕੋਈ ਸਾਹਮਣਾ ਕਰ ਰਿਹਾ ਜਾਂ ਕਿਸੇ ਮੁਸੀਬਤ ਦਾ ਸਾਹਮਣਾ ਕਰ ਰਿਹਾ ਤਾਂ ਉਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਹੁੰਦਾ। ਤੇ ਅਸੀਂ ਯੂਨਾਈਟਿਡ ਪ੍ਰੈਸ ਕਲੱਬ ਵੱਲੋਂ ਇੱਕ ਛੋਟਾ ਜਿਹਾ ਇੱਕ ਪ੍ਰਯਾਸ ਕੀਤਾ ਕਿ ਬਜਾਏ ਕਿ ਸਰਕਾਰਾਂ ਨੂੰ ਕੋਸਣ ਦੇ, ਬਜਾਏ ਕਿ ਸਮਾਜ ਨੂੰ ਕੋਸਣ ਦੇ, ਅਸੀਂ ਕਿਉਂ ਨਾ ਆਪਣੇ ਪਰਿਵਾਰ ਲਈ ਅਸੀਂ ਕਿਉਂ ਨਾ ਅੱਗੇ ਆਈਏ। ਇੱਕ ਛੋਟਾ ਜਿਹਾ ਉਪਰਾਲਾ ਅਸੀਂ ਇੱਥੇ ਨਾ ਸਿਰਫ ਪੰਜਾਬ ਦੇ ਬਲਕਿ ਅੰਬਾਲੇ ਤੋਂ ਵੀ ਆਏ ਨੇ, ਹਿਮਾਚਲ ਪ੍ਰਦੇਸ਼ ਤੋਂ ਵੀ ਆਏ ਨੇ, ਉਹਨਾਂ ਦੇ ਪਰਿਵਾਰਾਂ ਨੂੰ ਵੀ ਅਸੀਂ 51,000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਹੈ ਤੇ 3 ਬੱਚਿਆਂ ਦੇ ਅਸੀਂ ਪੜ੍ਹਾਈ ਦਾ ਖਰਚਾ ਵੀ ਅਸੀਂ ਉਹ ਚੱਕਾਂਗੇ। ਔਰ ਮੈਨੂੰ ਉਮੀਦ ਹੈ ਕਿ ਇਹ ਜਿਹੜਾ ਸਿਲਸਿਲਾ ਹੈਗਾ ਇਹ ਹੋਰ ਅੱਗੇ ਵਧੇਗਾ ਤੇ ਅਸੀਂ ਇਸ ਨੂੰ ਵੱਧ ਵੀ ਉਹਨਾਂ ਨੂੰ ਜਿਹੜੀ ਸਹਾਇਤਾ ਦੇਣ ਦੀ ਯਤਨ ਆਪਣੇ ਜਾਰੀ ਰੱਖਾਂਗੇ। ਜਿਸ ਤਰ੍ਹਾਂ ਕੀ ਕਹਿਣਾ ਚਾਹੋਗੇ? ਲੱਗਦਾ ਇਸ ਤਰ੍ਹਾਂ ਨਾਲ ਜਿਵੇਂ ਪੱਤਰਕਾਰ ਸਮਾਜ ਦੀ ਸੇਵਾ ਕਰਦੇ ਨੇ ਪਰ ਉਹਨਾਂ ਲਈ ਸਿਰਫ ਪੱਤਰਕਾਰ ਭਾਈਚਾਰਾ ਹੀ ਅੱਗੇ ਆਇਆ ਹੈਗਾ, ਕਦੇ ਸਰਕਾਰਾਂ ਵੱਲੋਂ ਜਾਂ ਆਮ ਲੋਕ ਕਿਸੇ ਵੱਲੋਂ? ਸਰਕਾਰਾਂ ਵੱਲੋਂ ਜੋ ਕੀਤਾ ਜਾਂਦਾ ਜਾਂ ਜੋ ਕੀਤਾ ਗਿਆ ਉਹਦੀ ਗੱਲ ਆਪਾਂ ਨਾ ਕਰੀਏ ਤੇ ਅੱਜ ਸਿਰਫ ਮੈਂ ਇਹੀ ਕਹਿਣਾ ਚਾਹੂੰਗਾ ਕਿ ਅੱਜ ਯੂਨਾਈਟਿਡ ਪ੍ਰੈਸ ਕਲੱਬ ਨੇ ਆਪਣੀ ਇੱਕ ਸਮਾਜਿਕ ਜ਼ਿੰਮੇਵਾਰੀ ਅਸੀਂ ਲੋਕਾਂ ਲਈ ਬਹੁਤ ਦੇਰ ਤੋਂ ਨਿਭਾਉਂਦੇ ਆ ਰਹੇ ਹਾਂ, ਸਮਾਜ ਲਈ ਬਹੁਤ ਕੁਝ ਕਰਦੇ ਆ ਰਹੇ ਹਾਂ। ਅੱਜ ਸਮਾਜ ਦਾ ਇੱਕ ਜਿਹੜਾ ਅੰਗ ਹੈ ਪੱਤਰਕਾਰਤਾ, ਉਹਨੂੰ ਅੱਗੇ ਤੋਰਨ ਵਾਲੇ ਜਿਹੜੇ ਸਾਡੇ ਵਿਛੜ ਗਏ ਸਾਥੀ ਹੈ ਉਹਨਾਂ ਨੂੰ ਯਾਦ ਕਰਨ ਲਈ ਕਿ ਜਿਹੜਾ ਉਪਰਾਲਾ ਯੂਨਾਈਟਿਡ ਪ੍ਰੈਸ ਕਲੱਬ ਨੇ ਕੀਤਾ ਬਹੁਤ ਹੀ ਸ਼ਾਨਦਾਰ ਉਪਰਾਲਾ ਹੈ ਔਰ ਜਿੰਨੀ ਇਸ ਦੀ ਪ੍ਰਸ਼ੰਸਾ ਕਰਾਂ ਮੈਂ ਥੋੜ੍ਹੀ ਹੈ। ਤੇ ਜਿਵੇਂ ਮਨੀਸ਼ ਜੀ ਨੇ ਕਿਹਾ ਕਿ ਇਹ ਸਾਲਾਨਾ ਇਵੈਂਟ ਬਣਦਾ ਰਹੇਗਾ, ਜਿਹੜੇ ਸਾਡੇ ਤੋਂ ਵਿਛੜ ਗਏ ਨੇ ਅਸੀਂ ਉਹਨਾਂ ਨੂੰ ਯਾਦ ਵੀ ਕਰਦੇ ਰਹਾਂਗੇ ਤੇ ਮਾਈਕ ਸਹਾਇਤਾ ਦੇਣ ਦੀ ਕੋਸ਼ਿਸ਼ ਹੁੰਦੀ ਰਹੇਗੀ। ਮਨੂ ਜੀ ਕੀ ਕਹਿਣਾ ਚਾਹੁੰਦੇ ਹੋ? ਇਹ ਜਿਹੜਾ ਸਾਡੇ ਯੂਨਾਈਟਿਡ ਪ੍ਰੈਸ ਕਲੱਬ ਵੱਲੋਂ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਹੈਗਾ ਹੈ, ਇਹ ਇੱਕ ਬੜੀ ਵੱਡੀ ਸਾਡੇ ਪਿਛੜੇ ਹੋਏ ਪੱਤਰਕਾਰ ਭਰਾਵਾਂ ਵਾਸਤੇ ਇੱਕ ਪ੍ਰਯਾਸ ਸੀਗਾ ਤਾਂ ਕਿ ਅਸੀਂ ਉਹਨਾਂ ਨੂੰ ਸਮਾਜਿਕ ਸੁਰੱਖਿਆ ਤੇ ਕੁਝ ਆਰਥਿਕ ਸਹਾਇਤਾ ਦੇ ਸਕੀਏ। ਕਿਉਂਕਿ ਜੇ ਅੱਜ ਅਸੀਂ ਆਪਣੇ ਭਰਾਵਾਂ ਬਾਰੇ ਸਮਾਜ ਵਾਸਤੇ ਅਸੀਂ ਬਹੁਤ ਕੁਝ ਕਰਦੇ ਹਾਂ ਤੇ ਸਾਡੀ ਮੋਰਲ ਡਿਊਟੀ ਬਣਦੀ ਹੈ ਕਿ ਅਸੀਂ ਜਿਹੜੇ ਸਾਡੇ ਭੈਣ ਭਰਾ ਪੱਤਰਕਾਰਤਾ ਕਰਕੇ ਵਿਛੜ ਗਏ ਹੈਗੇ ਨੇ ਅਸੀਂ ਉਹਨਾਂ ਦਾ ਵੀ ਸਾਥ ਦਈਏ। ਇਹ ਸਾਡੇ ਪ੍ਰਧਾਨ ਆਪਣਾ ਸਮਰ ਜੀ ਵੱਲੋਂ, ਚੇਅਰਮੈਨ ਮਨੀਸ਼ ਛਤਰੀ ਜੀ ਵੱਲੋਂ ਅੰਥਕ ਪ੍ਰਯਾਸ ਕੀਤੇ ਗਏ ਜਿਨ੍ਹਾਂ ਦਾ ਇਹ ਅੱਛਾ ਇੱਕ ਰਿਜ਼ਲਟ ਹੈ। ਅਸੀਂ ਸੋਚਦੇ ਹਾਂ ਆਉਣ ਵਾਲੇ ਟਾਈਮ ਦੇ ਵਿੱਚ ਵੀ ਸਾਡੇ ਹੋਰ ਜਿਹੜੇ ਮੈਂਬਰ ਆ ਸਾਡਾ ਸਾਥ ਦੇਣਗੇ ਤਾਂ ਕਿ ਅਸੀਂ ਆਪਣੇ ਸਮਾਜ ਨੂੰ ਇੱਕ ਨਵੀਂ ਦਿਸ਼ਾ ਦੇ ਸਕੀਏ।
ਬਿਲਕੁਲ ਸਾਨੂੰ ਦੱਸਿਆ ਚੇਅਰਮੈਨ ਮਨੀਸ਼ ਛਤਰੀ ਜੀ ਨੇ 51,000 ਰੁਪਏ ਮਾਲੀ ਮਦਦ ਕੀਤੀ ਗਈ ਆ, 3 ਬੱਚਿਆਂ ਦਾ ਪੜ੍ਹਾਈ ਦਾ ਖਰਚ ਵੀ ਚੁੱਕਿਆ। ਸਭ ਤੋਂ ਵੱਡੀ ਗੱਲ ਆ ਹਮੇਸ਼ਾ ਪੱਤਰਕਾਰ ਸਮਾਜ ਦੀ ਸੇਵਾ ਕਰਦੇ ਨੇ, ਸਮਾਜ ਦੇ ਵਿੱਚ ਜਿਹੜੀਆਂ ਊਣਤਾਈਆਂ ਨੇ ਉਹਨਾਂ ਨੂੰ ਉਜਾਗਰ ਕਰਦੇ ਨੇ, ਸਰਕਾਰਾਂ ਤੱਕ ਲੈ ਕੇ ਜਾਂਦੇ ਨੇ, ਪਰ ਪੱਤਰਕਾਰਾਂ ਦੀ ਮਦਦ ਕਰਨ ਲਈ ਕੋਈ ਅੱਗੇ ਨਹੀਂ ਆਉਂਦਾ। ਪਰ ਅੱਜ ਖੁਦ ਪੱਤਰਕਾਰ ਯੂਨਾਈਟਿਡ ਪ੍ਰੈਸ ਕਲੱਬ ਦੇ ਇਕੱਠੇ ਹੋਏ ਨੇ, ਉਹਨਾਂ ਵੱਲੋਂ ਆਪਣੇ ਪਰਿਵਾਰਾਂ ਦੀ ਜਿਹੜੇ ਉਹਨਾਂ ਦੇ ਪਰਿਵਾਰ ਨੇ ਕੋਈ ਉਹਨਾਂ ਤੋਂ ਵਿਛੜ ਗਿਆ ਉਹਨਾਂ ਦੀ ਮਦਦ ਕੀਤੀ ਗਈ ਆ ਤੇ ਇੱਕ ਵੱਡਾ ਵਿਲੱਖਣ ਉਪਰਾਲਾ ਕੀਤਾ ਗਿਆ ਜਿਹੜਾ ਕਿ ਸ਼ਲਾਘਾਯੋਗ ਆ। ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨਾਂ ਵੱਲੋਂ ਇਸ ਤਰ੍ਹਾਂ ਦੇ ਕਾਰਜਕ੍ਰਮ ਕਰਕੇ ਪੱਤਰਕਾਰਾਂ ਦੀ ਮਦਦ ਕਰਨ ਦੀ ਗੱਲ ਆਖੀ ਗਈ ਹੈ। ਅੱਜ ਗੱਲ ਕਰਾਂਗੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਦਲਜੀਤ ਸਿੰਘ ਚੀਮਾ ਪਹੁੰਚੇ ਨੇ। ਅੱਜ ਸ਼ਰਧਾਂਜਲੀ ਸਮਾਗਮ ਜਿਹੜਾ ਹੈਗਾ ਲੁਧਿਆਣਾ ਦੇ ਗੁਰੂ ਨਾਨਕ ਭਵਨ ਦੇ ਵਿੱਚ ਪੱਤਰਕਾਰਾਂ ਲਈ ਕਰਵਾਇਆ ਜਾ ਰਿਹਾ। ਚੀਮਾ ਸਾਹਿਬ ਕੀ ਕਹਿਣਾ ਚਾਹਾਂਗੇ ਪਹਿਲਾਂ ਅੱਜ ਦੇ ਸਮਾਗਮ ਦੀ ਗੱਲ ਕਰਦੇ ਹਾਂ? ਦੇਖੋ ਗੱਲ ਇਹ ਹੈ ਕਿ ਮੈਂ ਜਿਹੜਾ ਯੂਨਾਈਟਿਡ ਪ੍ਰੈਸ ਕਲੱਬ ਹੈ ਉਹਨੂੰ ਵਧਾਈ ਵੀ ਦੇਣਾ, ਧੰਨਵਾਦ ਵੀ ਕਰਦਾ ਕਿ ਜਿਹੜੇ ਪੁਰਾਣੇ ਉਹਨਾਂ ਦੇ ਸਾਥੀ ਪਿਛਲੇ ਸਮਿਆਂ ਦੇ ਵਿੱਚ ਪੱਤਰਕਾਰ ਦੇ ਖੇਤਰ ਵਿੱਚ ਵਿਚਰਦੇ ਹੋਏ ਜਿਹੜੇ ਸਾਡੇ ਤੋਂ ਵਿਛੜ ਗਏ ਸੀ, ਅੱਜ ਉਹਨਾਂ ਨੂੰ ਫਿਰ ਯਾਦ, ਉਹਨਾਂ ਦੇ ਪਰਿਵਾਰਾਂ ਨੂੰ ਬੁਲਾਇਆ, ਕੁਛ ਆਰਥਿਕ ਮਦਦ ਵੀ ਪਰਿਵਾਰ ਨੂੰ ਵੀ ਕੀਤੀ ਹੈ। ਇਹ ਮੈਂ ਸਮਝਦਾ ਬਹੁਤ ਚੰਗਾ ਰੁਝਾਨ, ਕਿਉਂਕਿ ਬਹੁਤ ਲੰਬੀ ਸੇਵਾ ਹੁੰਦੀ ਹੈ ਕੁਝ ਲੋਕਾਂ ਦੀ ਜਿਹੜੇ ਜ਼ਿੰਦਗੀ ਦੇ ਵਿੱਚ ਆ ਕੇ ਲੰਬਾ ਸੰਘਰਸ਼ ਲੋਕਾਂ ਦੇ ਵਾਸਤੇ ਕਰਦੇ ਆ, ਉਹ ਜਦੋਂ ਚਲੇ ਜਾਂਦੇ ਆ ਤੇ ਪਿੱਛੇ ਪਰਿਵਾਰ ਇਕੱਲੇ ਰਹਿ ਜਾਂਦੇ। ਇਸ ਕਰਕੇ ਜਦੋਂ ਸੰਸਥਾਵਾਂ ਆਪਣੇ ਉਹਨਾਂ ਲੋਕਾਂ ਨੂੰ ਆਉਣ ਕਰਦੀਆਂ, ਇਹ ਬੱਚਿਆਂ ਵਾਸਤੇ ਬਾਕੀਆਂ ਵਾਸਤੇ ਬਹੁਤ ਇੱਕ ਚੰਗਾ ਸੁਨੇਹਾ ਇਹਨਾਂ ਨੇ ਦਿੱਤਾ। ਮੈਂ ਇਹਨਾਂ ਦਾ ਧੰਨਵਾਦ ਕਰਦਾ, ਇਹਨਾਂ ਨੂੰ ਵਧਾਈ ਦਿੰਦਾ। ਦੂਸਰੀ ਸਿਆਸਤ ਦੀ ਗੱਲ ਕਰਦੇ ਹਾਂ, ਜਿਵੇਂ ਮੁੱਖ ਮੰਤਰੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇੱਥੇ ਪਹੁੰਚੇ ਨੇ ਤੇ ਕੱਲ ਲੁਧਿਆਣੇ ਦੂਜੇ ਮੁੱਖ ਮੰਤਰੀ ਸੀ ਪੰਜਾਬ ਦੇ, ਉਹਨਾਂ ਵੱਲੋਂ ਅਸਲੀ ਨਕਲੀ ਕੇਜਰੀਵਾਲ ਦਾ ਰੌਲਾ ਚੱਲ ਰਿਹਾ। ਕੀ ਕਹਿਣਾ ਚਾਹੋਗੇ ਇਸ ਗੱਲ ਤੇ? ਦੇਖੋ ਹਾਲੇ ਤੇ ਅਸਲੀ ਦੇ ਉੱਤੇ ਵੀ ਡਾਊਟ ਹੈ, ਕਿਉਂਕਿ ਅਸਲੀ ਉਹ ਨਕਲੀ ਨਿਕਲਿਆ। ਅਸਲੀ ਨੇ ਕਿਹਾ ਕੁਛ ਸੀ ਤੇ ਜ਼ਮੀਨੀ ਹਕੀਕਤਾਂ 'ਚ ਉਹ ਜਿਹੜਾ ਉਹਦੇ ਉਲਟਾ। ਤੁਸੀਂ ਜਿੰਨੇ ਵੀ ਕੇਜਰੀਵਾਲ ਦੇ ਹੁਣ ਤੱਕ ਦੇ ਐਲਾਨ ਹੈ, ਕੋਈ ਦੇਖ ਲਓ ਕਿ ਜੇ ਇੱਕ ਵੀ ਉਹਦੇ 'ਚੋਂ ਸਹੀ ਪਾਇਆ ਗਿਆ ਹੋ। ਪਹਿਲਾਂ ਇਹ ਵਿਅਕਤੀ ਕਹਿੰਦਾ ਸੀ ਮੈਂ ਰਾਜਨੀਤੀ 'ਚ ਨਹੀਂ ਆਉਣਾ, ਤੁਹਾਡੇ ਸਾਹਮਣੇ ਇਹਦੀ ਵੀਡੀਓ ਰਿਕਾਰਡਿੰਗ ਹੈ, ਇਹ ਰਾਜਨੀਤੀ ਦੇ ਵਿੱਚ ਹੈ। ਫਿਰ ਇਹਨੇ ਸਹੁੰ ਚੁੱਕੀ ਸੀ ਬੱਚਿਆਂ ਦੀ ਕਿ ਮੈਂ ਕਾਂਗਰਸ ਦੀ ਮਦਦ ਨਹੀਂ ਲੈਣੀ। ਦਿੱਲੀ 'ਚ ਐਮਐਲਏ ਘਟ ਗਏ ਤੇ ਕਾਂਗਰਸ ਦੀ ਮਦਦ ਵੀ ਇਸ ਵਿਅਕਤੀ ਨੇ ਲਈ ਹੈ। ਪੰਜਾਬ ਦੇ ਵਿੱਚ ਆ ਕੇ ਐਸਵਾਈਐਲ ਦੇ ਹੱਕ 'ਚ ਬੋਲੇ ਸੀ, ਦਿੱਲੀ ਜਾ ਕੇ ਐਸਵਾਈਐਲ ਦੇ ਖਿਲਾਫ ਸਾਡੇ ਜਾ ਕੇ ਐਫੀਡੇਵਿਟ ਫਾਈਲ ਕਰ ਦਿੱਤਾ, ਪੰਜਾਬ ਨਾਲ ਜਿਹੜੀ ਗਦਾਰੀ ਕੀਤੀ। ਜਿਹੜੇ ਦਿੱਲੀ ਦੀ ਹਾਈ ਕੋਰਟ ਦੇ ਵਿੱਚ ਪੰਜਾਬ ਦੇ ਥਰਮਲ ਪਲਾਂਟ ਬੰਦ ਕਰਨ ਵਾਸਤੇ ਨੇ ਪਟੀਸ਼ਨ ਪਾਤੀ, ਪੰਜਾਬ 'ਚ ਆ ਕੇ ਬਿਜਲੀ ਸਸਤੀ ਦੇਣ ਦੀਆਂ ਗੱਲਾਂ ਕਰਦੇ। ਜਿਹੜੀ ਪਰਾਲੀ ਦਾ ਧੂਆਂ ਸੀ ਸਾਰੇ ਦੇਸ਼ ਦੇ ਵਿੱਚ ਦੁਨੀਆ ਦੇ ਵਿੱਚ ਕਿਸਾਨਾਂ ਨੂੰ ਬਦਨਾਮ ਕਰ ਦਿੱਤਾ ਤੇ ਹੁਣ ਸੁਪਰੀਮ ਕੋਰਟ 'ਚ ਗੱਲ ਸਪਸ਼ਟ ਹੋਈ ਕਿ 4% ਪਰਾਲੀ ਕਰਕੇ ਹੈ ਤੇ 96% ਕੇਜਰੀਵਾਲ ਦੀ ਨਲਾਇਕੀ ਕਰਕੇ ਹੈ। ਤੇ ਸੁਪਰੀਮ ਕੋਰਟ ਨੇ ਵੀ ਝਾੜ ਪਾਈ ਕਿ ਤੁਸੀਂ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਵਾਸਤੇ, ਇੱਥੋਂ ਤੱਕ ਸੁਪਰੀਮ ਕੋਰਟ ਨੇ ਕਿਹਾ ਕਿ ਤੁਹਾਡੀ ਐਡਵਰਟਾਈਜ਼ਮੈਂਟ ਦੀ ਵੀ ਸਾਨੂੰ ਇਨਕੁਆਇਰੀ ਕਰਨੀ ਪੈਣੀ ਹੈ ਜਿਹੜੇ ਤੁਸੀਂ ਝੂਠੇ ਕਲੇਮ ਕਰਦੇ। ਫਿਰ ਨਸ਼ਿਆਂ ਦੇ ਮਾਮਲੇ 'ਚ ਮਜੀਠੀਆ ਸਾਹਿਬ ਤੇ ਕਿੱਡੇ ਵੱਡੇ ਦੋਸ਼ ਲਾਏ ਸੀ ਤੇ ਲਿਖਤੀ ਮਾਫੀਨਾਮਾ ਇਹਦਾ ਸਾਡੇ ਕੋਲ ਹੈ ਜਿਹੜਾ ਅਦਾਲਤ 'ਚ ਦਿੱਤਾ। ਗਟਕਰੀ ਸਾਹਿਬ ਕੋਲ ਇਹਨਾਂ ਨੇ ਮਾਫੀ ਮੰਗੀ, ਜੇਤਲੀ ਸਾਹਿਬ ਤੋਂ ਇਹਨਾਂ ਤੋਂ ਮਾਫੀ ਮੰਗੀ। ਇਹ ਅਸਲੀ ਹੈ? ਇਹ ਤਾਂ ਸਾਰਾ ਕੁਝ ਹੀ ਬਨੌਟੀ ਹੈ, ਸਾਰਾ ਕੁਝ ਜਾਲੀ ਹੈ। ਇਸ ਕਰਕੇ ਪਹਿਲਾਂ ਆਪਣਾ ਤਾਂ ਤਸਦੀਕ ਕਰਾ ਲੈ ਲੋਕਾਂ ਕੋਲੋਂ। ਲੋਕੀ ਤਾਂ ਇਹਨੂੰ ਅਸਲੀ ਮੰਨਣ ਨੂੰ ਤਿਆਰ ਨਹੀਂ। ਸਾਰਾ ਝੂਠ ਦੇ ਉੱਤੇ ਜਿਹਦੇ ਟੇਕ ਹੈ ਜਿਸ ਬੰਦੇ, ਉਹ ਆਪਣੇ ਆਪ ਨੂੰ ਅਸਲੀ ਦੱਸਦਾ। ਪੰਜਾਬੀ ਇਹੋ ਜਿਹੇ ਅਸਲੀ ਨੂੰ ਪ੍ਰਵਾਨ ਨਹੀਂ ਕਰਦੇ। ਇਸ ਕਰਕੇ ਨਕਲੀ ਜਿਹੜਾ ਹੋਊਗਾ, ਨਕਲੀ ਨੂੰ ਪੁੱਛ ਲਓ। ਕਈ ਲੋਕੀ ਲੱਗੇ ਹੋਏ ਆ ਇਸ ਰੇਸ ਦੇ ਵਿੱਚ ਝੂਠ ਮਾਰ ਕੇ ਐਲਾਨ ਕਰਨ ਵਾਲੇ ਪਾਸੇ, ਲੇਕਿਨ ਇਹ ਅਸਲੀ ਕਿਵੇਂ ਆ? ਮੈਨੂੰ ਤਾਂ ਸਾਰਾ ਕੁਝ ਇਹਦਾ ਜਾਲਸਾਜ਼ੀ ਦੇ ਉੱਤੇ ਦੱਸਦਾ। ਜਿਵੇਂ ਹੁਣ ਔਰਤਾਂ ਲਈ 1000 ਰੁਪਏ ਦਾ ਐਲਾਨ ਕੀਤਾ ਵੀ 18 ਸਾਲ ਤੋਂ, ਉਹਦੇ ਕੀ ਸੋਚਦੇ ਹੋ? ਕੀ ਸੋਚਿਆ ਇਹਨਾਂ ਨੇ ਪੰਜਾਬ ਦੀਆਂ ਵੋਟ ਖਰੀਦਣ ਦੀ ਕੋਸ਼ਿਸ਼ ਇਹ ਲੱਗੀ ਹੈ ਕਿ ਨਹੀਂ? ਜਿਵੇਂ 1000 ਰੁਪਏ ਦਾ ਐਲਾਨ ਕੀਤਾ ਸਾਰੀਆਂ ਗੱਲ ਹੈ ਕਿ ਇਹਨਾਂ ਨੇ ਕੁਝ ਪੂਰਾ ਕਰਨਾ। ਮੈਂ ਕਿੰਨੇ ਐਲਾਨ ਇਹਦੇ ਕੇਜਰੀਵਾਲ ਦੇ ਗਿਣਾ ਦਿੱਤੇ ਤੁਹਾਨੂੰ, ਉੱਥੇ ਜਾ ਕੇ ਇਹ ਬਦਲ ਜਾਂਦਾ, ਅਗਲੇ ਚੌਂਕ 'ਚ ਜਾ ਕੇ ਮੁੱਕਰ ਜਾਂਦਾ। ਤੇ ਗਾਰੰਟੀ ਦੇਣ ਲਈ ਇਹਨੂੰ ਕਿਉਂ ਬੁਲਾਇਆ ਜਾਂਦਾ ਪੰਜਾਬੀ ਲੀਡਰ? ਇਹਦੀ ਗਾਰੰਟੀ ਕੌਣ ਦੇਵੇ? ਪਹਿਲਾਂ ਤਾਂ ਇਹਦੀ ਦੱਸੋ ਨਾ, ਇਹਦੀ ਗਾਰੰਟੀ ਕੌਣ ਦੇ? ਇਹਨੂੰ ਪੰਜਾਬ 'ਚ ਪੈਸੇ ਦਾ ਕੋਈ ਉਧਾਰ ਦੇਣ ਨੂੰ ਤਿਆਰ ਨਹੀਂ, ਇਹਦੀ ਗਾਰੰਟੀ ਕੌਣ ਮੰਨੂ? ਆ ਮੈਂ ਜਿੰਨੀਆਂ ਚੀਜ਼ਾਂ ਦਸੀਆਂ, ਜਿਸ ਬੰਦੇ ਦਾ ਜ਼ਬਾਨ ਹੀ ਨਾ ਹੋਵੇ ਪੰਜਾਬੀ ਉੱਤੇ ਇਤਬਾਰ ਕਰ ਸਕਦੇ? ਪੰਜਾਬੀ ਤਾਂ ਜ਼ਬਾਨ ਦੇ ਕੇ ਮਰ ਮਿਟਣ ਵਾਲੀ ਕੌਮ ਹੈ। ਤੇ ਜਿਸ ਬੰਦੇ ਦਾ ਇਹ ਨਹੀਂ ਪਤਾ ਵੀ ਇਸ ਚੌਂਕ 'ਚ ਕਿ ਅੱਗੇ ਜਾ ਕੇ ਨੇ ਮੁੱਕਰ ਜਾਣਾ, ਇਹਦੀ ਗਾਰੰਟੀ ਕੌਣ ਦਊ ਪੰਜਾਬ 'ਚ? ਚਰਨਜੀਤ ਸਿੰਘ ਚੰਨੀ ਵੱਲੋਂ ਐਲਾਨ ਕੀਤੇ ਜਾ ਰਹੇ ਨੇ ਬਾਰ-ਬਾਰ ਸਟੇਜਾਂ ਤੇ, ਮੁੱਖ ਮੰਤਰੀ ਦੀ ਗਰਮਾ ਵੀ ਨਹੀਂ ਦੇਖੀ ਜਾ ਰਹੀ। ਇਹੋ ਜਿਹੇ ਐਲਾਨ ਜਿਹੜੇ ਸੋਚ ਵੀ ਨਹੀਂ ਸਕਦੇ। ਕੀ ਸੋਚਦੇ? ਮੈਂ ਸਮਝਦਾ ਕਿ ਉਹਨਾਂ ਨੇ ਮੁੱਖ ਮੰਤਰੀ ਦੇ ਰੁਤਬੇ ਨੂੰ ਬਹੁਤ ਥੱਲੇ ਕਰ ਦਿੱਤਾ। ਇਸ ਕਰਕੇ ਉਹਨਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਮਰਿਆਦਾ ਕਾਇਮ ਰੱਖਣੀ ਚਾਹੀਦੀ ਹੈ। 5.5 ਰੁਪਏ ਰੇਤਾ ਦਾ ਰੇਟ ਐਲਾਨ ਕਰ ਦਿੱਤਾ। ਤੁਸੀਂ ਸਤਲੁਜ ਦੇ ਪੁਲ ਤੇ ਜਾ ਕੇ ਪੁੱਛੋ, 28 ਰੁਪਏ ਕਿਊਬਿਕ ਫੀਟ ਰੇਤਾ ਮਿਲਦਾ ਪਿਆ। ਇਹ ਇਦਾਂ ਦੇ ਐਲਾਨਾਂ ਦਾ ਕੀ ਫਾਇਦਾ? ਜਿੱਥੇ ਜੋ ਮਰਜ਼ੀ ਹੈ ਝੂਠਾ ਐਲਾਨ ਕਰ ਦਿਓ, ਨਾ ਫਾਈਨੈਂਸ਼ੀਅਲ ਪੋਜੀਸ਼ਨ ਦੇਖੋ, ਨਾ ਲੀਗਲ ਪੋਜੀਸ਼ਨ ਦੇਖੋ। ਇਹ ਕੰਮ ਮੁੱਖ ਮੰਤਰੀ ਦਾ ਇਸ ਤਰ੍ਹਾਂ ਦਾ ਐਲਾਨ ਕਰਨੇ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੀ ਗੱਲ ਹੈ। ਹਾਂਜੀ।
ਜਿਹੜੀ ਅੱਜ ਅਪਾਇੰਟਮੈਂਟ ਕੀਤੀ ਗਈ ਚੇਅਰਮੈਨ ਬਣਾਇਆ ਗਿਆ ਜਿੰਨ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਵੀ ਦੇਖੋ ਅਸੀਂ ਅੱਗੇ ਵੀ ਬੜਾ ਕਲੀਅਰ ਕਹਿ ਦਿੱਤਾ ਕਿ ਕਾਂਗਰਸ ਪਾਰਟੀ ਦੇ ਲੀਡਰ ਤੇ ਜਿਹੜੇ ਸਿੱਖ ਫਾਰ ਜਸਟਿਸ ਵਾਲੇ ਆ ਘਿਓ ਖਿਚੜੀ ਸ਼ੁਰੂ ਤੋਂ ਲੈ ਕੇ ਬਰਗਾੜੀ ਤੋਂ ਲੈ ਕੇ ਅਸੀਂ ਕੱਲੇ ਦੇ ਨਾਂ ਵੀ ਦੱਸੇ ਸੀ। ਇਹਨਾਂ ਦੀਆਂ ਗਤੀਵਿਧੀਆਂ ਵੀ ਸਾਰੀਆਂ ਉਹਨਾਂ ਨਾਲ ਸਾਂਝੀਆਂ। ਹੁਣ ਉਹਨਾਂ ਬੰਦਿਆਂ ਦੀਆਂ ਉਹਨਾਂ ਦੇ ਰਿਸ਼ਤੇਦਾਰਾਂ ਦੀਆਂ ਸਕੇ ਭਰਾਵਾਂ ਦੀਆਂ ਨਿਯੁਕਤੀਆਂ ਬੋਰਡਾਂ ਦੇ ਚੇਅਰਮੈਨ 'ਚ ਹੋਣ ਲੱਗੀ। ਬਿਲਕੁਲ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਸੀਨੀਅਰ ਜਿਹੜੇ ਦਲਜੀਤ ਸਿੰਘ ਚੀਮਾ ਸੀ ਉਹਨਾਂ ਨੇ ਦੱਸਿਆ ਗਿਆ ਕਿਸ ਤਰ੍ਹਾਂ ਨਾਲ ਅੱਜ ਉਹਨਾਂ ਨੇ ਜਿਹੜਾ ਯੂਨਾਈਟਿਡ ਪ੍ਰੈਸ ਕਲੱਬ ਵੱਲੋਂ ਇੱਥੇ ਪ੍ਰੋਗਰਾਮ ਕਰਾਇਆ ਗਿਆ। ਜਿਹੜੇ ਪੱਤਰਕਾਰ ਪਿਛਲੇ ਦਿਨੀ ਇਹ ਵਿਛੋੜਾ ਦੇ ਗਏ ਸੀ ਉਹਨਾਂ ਦੇ ਪਰਿਵਾਰਾਂ ਨੂੰ ਜਿਹੜੀ ਮਾਲੀ ਮਦਦ ਦਿੱਤੀ ਗਈ ਉਸ ਤੇ ਵੀ ਉਹਨਾਂ ਨੇ ਬਹੁਤ ਵਧਾਈ ਦਿੱਤੀ ਹੈਗੀ ਯੂਨਾਈਟਿਡ ਪ੍ਰੈਸ ਕਲੱਬ ਨੂੰ। ਦੂਸਰੀ ਗੱਲ ਉਹਨਾਂ ਨੇ ਕਿਹਾ ਜਿਸ ਤਰ੍ਹਾਂ ਨਾਲ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਵੱਲੋਂ ਜਿਹੜੀਆਂ ਗਰੰਟੀਆਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਤੇ ਕੌਣ ਵਿਸ਼ਵਾਸ ਕਰੂਗਾ, ਉਹਨਾਂ ਦੀ ਗਰੰਟੀ ਕੌਣ ਦੇ ਸਕਦਾ। ਦੂਸਰਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵੀ ਜਿਹੜਾ ਲੋਕਾਂ ਲਈ ਐਲਾਨ ਕੀਤੇ ਜਾ ਰਹੇ ਉਹਨਾਂ ਨੂੰ ਵੀ ਉਹਨਾਂ ਨੇ ਦੱਸਿਆ ਕਿ ਇਹਨਾਂ ਦੇ ਚੁਟਕਲੇ ਵੀਰਵਾਲ ਅਤੇ ਅਕਬਰ ਵਾਲੇ ਚੁਟਕਲੇ ਨੇ ਜਿਹੜੇ ਕਿਤਾਬਾਂ 'ਚ ਲੋਕ ਪੜ੍ਹਿਆ ਕਰਨਗੇ। ਇਹਨਾਂ ਵੱਲੋਂ ਕੋਈ ਵੀ ਇਸ ਤਰ੍ਹਾਂ ਦਾ ਕੋਈ ਸੱਚ ਨਹੀਂ ਹੈਗਾ ਜਿਹੜਾ ਲੋਕਾਂ ਨਾਲ ਪੂਰਾ ਕੀਤਾ ਜਾਊਗਾ। ਲੁਧਿਆਣਾ ਦੇ ਗੁਰੂ ਨਾਨਕ ਭਵਨ ਦੇ ਵਿੱਚ ਅੱਜ ਵਿਛੜੇ ਹੋਏ ਪੱਤਰਕਾਰਾਂ ਨੂੰ ਸ਼ਰਧਾਂਜਲੀ ਸਮਾਗਮ ਰੱਖਿਆ ਗਿਆ ਸੀ। ਉਹਨਾਂ ਦੇ ਪਰਿਵਾਰਾਂ ਨੂੰ ਆਰਥਿਕ ਮਦਦ ਵੀ ਦਿੱਤੀ ਗਈ ਆ। ਸਾਡੇ ਦੇ ਵਿੱਚ ਸਪੀਕਰ ਓਮ ਬਿਰਲਾ ਜੀ ਦੇ OSD ਸਾਹਿਬ ਸਾਡੇ ਨਾਲ ਨੇ, ਉਹਨਾਂ ਨਾਲ ਗੱਲ ਕਰਾਂਗੇ। ਉਹ ਸਪੈਸ਼ਲ ਤੌਰ ਤੇ ਦਿੱਲੀ ਤੋਂ ਇੱਥੇ ਪਹੁੰਚੇ ਨੇ। ਕੀ ਕਹਿਣਾ ਚਾहेंगे सर, आप यहाँ पर आए कैसा लगा? देखिए, ये जो प्रोग्राम इनिशिएटिव जो यूनाइटेड प्रेस क्लब ने किया है ये अपने आप में एक ऐतिहासिक क्षण है। इसलिए ऐतिहासिक है कि जर्नलिस्ट जो जान पे जोखिम डाल के पूरी कवरेज करता है उसके स्वर्गवास के बाद उसको पीछे से उसकी फैमिली को ध्यान रखने वाला, उनको आर्थिक मदद या उनको और कोई मदद के लिए एक बड़ा इनिशिएटिव है, सराहनीय। मेरे पास इसके ऑर्गेनाइज़र जब आए तब मैंने ये सोचा और निश्चय किया कि कोई भी प्रोग्राम कोई सा भी रहे वो कैंसिल करके मैं प्रोग्राम अटेंड करूँगा। और इनकी सदैव से हम हमेशा से इनकी सहायता के लिए तत्पर हैं, कानूनी रूप से भी और वित्तीय रूप से भी। जो भी हमसे बन पड़ेगा जर्नलिस्ट के लिए हमेशा करेंगे। तो जैसे आपने बात की है इससे बाद बहुत कोरोना में भी बहुत पत्रकार को अपनी जान गंवानी पड़ी, उसके अलावा भी कई हादसे हुए वहाँ पर पत्रकारों ने जान। इससे अलावा आप दिल्ली में भी पूरा भी आप ऐसा बड़ा फंक्शन करवाने में वो करेंगे? देखिए, इस छोटे से प्रयास से ये पहला स्टेप। सेकेंड स्टेप मैंने ऑर्गेनाइजर से कहा है कि दिल्ली में करिए जिसमें नॉर्थ के सारे स्टेट्स को कंबाइन करके और वहाँ के पत्रकारों के भी जो दिवंगत हुए हैं उनकी फैमिलीज़ को इसी तरह से आर्थिक सहायता प्रदान करें। तो एक वृहद स्तर पर एक संदेश जाएगा। जो गांव में बैठा जर्नलिस्ट है जिसके परिवार को कोई पूछ नहीं रहा है उसको पूछा जाएगा, उसको वांछित सहायता हमेशा मिलती रहेगी। सर, केंद्र सरकार की द्वारा भी कोई इस तरह से कदम उठाए जाएंगे जहाँ पत्रकार गांव के लेवल पे हैं या छोटे शहरों में, उनके लिए कोई ऐसी पॉलिसी बने भी उनके लिए भी उनके परिवारों के लिए कुछ अगर कोई दिक्कत आ जाती है उनको कोई हेल्प हो सके? देखिए, एक्ट और कानून बनाना केंद्र सरकार का काम, पार्लियामेंट का काम उसको पास करना होता है। हाँ, अगर पत्रकार संगठन किसी भी समूह रूप से कोई प्रस्ताव लेके आते हैं तो हम स्पीकर साहब से, माननीय स्पीकर साहब से आग्रह करके संबंधित मंत्री को ये प्रेशर डलाएंगे कि इस पे जल्द से जल्द कार्रवाई। बिल्कुल ਸਾਡੇ ਨਾਲ ਸਰਦਾਰ ਸਾਹਿਬ ਇਹਨਾਂ ਨੇ ਦੱਸਿਆ ਹੈ ਕਿਸ ਤਰ੍ਹਾਂ ਨਾਲ ਅੱਜ ਉਹ ਇੱਥੇ ਆਏ ਨੇ ਸਮਾਗਮ ਦੇ ਵਿੱਚ। ਜਿਸ ਤਰ੍ਹਾਂ ਨਾਲ ਯੂਨਾਈਟਿਡ ਪ੍ਰੈਸ ਕਲੱਬ ਵੱਲੋਂ ਮਾਲੀ ਮਦਦ ਵੀ ਦਿੱਤੀ ਗਈ ਆ ਉਹਨਾਂ ਪਰਿਵਾਰਾਂ ਨੂੰ ਜਿਹੜੇ ਪੱਤਰਕਾਰ ਪਿਛਲੇ ਦਿਨੀ ਕਿਸੇ ਨਾ ਕਿਸੇ ਕਾਰਨ ਆਪਣੀ ਜਾਨ ਗਵਾਇਆ ਅੱਜ ਇੱਥੇ ਇਹ ਸਮਾਗਮ ਦੇ ਵਿੱਚ ਪਹੁੰਚੇ। ਉਹਨਾਂ ਨੇ ਕਿਹਾ ਇਸ ਤੋਂ ਇਲਾਵਾ ਉਹਨਾਂ ਵੱਲੋਂ ਵੀ ਕੇਂਦਰ ਸਰਕਾਰ ਦੇ ਨਾਲ ਗੱਲ ਵੀ ਕੀਤੀ ਜਾਊਗੀ, ਕੋਈ ਇਸ ਤਰ੍ਹਾਂ ਦੀ ਪਾਲਿਸੀ ਬਣਾਈ ਜਾਊਗੀ ਤਾਂ ਜੋ ਪੱਤਰਕਾਰਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੁਛ ਨਾ ਕੁਛ ਜਿਹੜੀ ਮਾਲੀ ਮਦਦ ਵੀ ਹੋ ਸਕੇ। ਜੇਕਰ ਪੱਤਰਕਾਰ ਜਾਨ ਗਵਾਉਂਦਾ ਤਾਂ ਸਰਕਾਰ ਵੱਲੋਂ ਵੀ ਕੁਛ ਨਾ ਕੁਛ ਉਹਦੀ ਹੈਲਪ ਕੀਤੀ ਜਾ ਸਕੇ। ਲੁਧਿਆਣਾ ਤੋਂ ਕੈਮਰਾ ਪਰਸਨ ਰੋਹਿਤ ਦੇ ਨਾਲ ਤਰਸੇਮ ਬਾਬੂ। ਲੁਧਿਆਣਾ STF ਟੀਮ ਨੂੰ ਕਾਰਵਾਈ ਕਰਦਿਆਂ ਵੱਡੀ ਸਫਲਤਾ ਹੱਥ ਲੱਗੀ ਹੈ, ਜਿਸ ਦੇ ਚੱਲਦੇ STF ਇੰਚਾਰਜ ਹਰਬੰਸ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਲੁਧਿਆਣਾ ਲੱਕੜ ਬਾਜ਼ਾਰ ਦੇ ਵਿੱਚ ਇੱਕ ਵਿਅਕਤੀ ਸੁਰਿੰਦਰ ਕੁਮਾਰ ਜੋ ਕਿ ਮਹਿੰਦੀ ਲਗਾਉਣ ਦਾ ਕੰਮ ਕਰਦਾ, ਪਰ ਇਸ ਦੇ ਨਾਲ ਹੀ ਉਹ ਹੈਰੋਇਨ ਵੀ ਸਪਲਾਈ ਕਰਦਾ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਜਾ ਕੇ ਮੁਲਜ਼ਮ ਵਿਅਕਤੀ ਨੂੰ 930 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ, ਜਿਸ ਦੀ ਕੀਮਤ ਕੌਮਾਂਤਰੀ ਬਾਜ਼ਾਰ ਦੇ ਵਿੱਚ ਕਰੋੜਾਂ ਰੁਪਏ ਦੀ ਹੈ। ਦੱਸ ਦਈਏ ਕਿ ਦੋਸ਼ੀ ਵਿਅਕਤੀ ਤੇ ਪਹਿਲਾਂ ਵੀ
ਵੀ ਨਸ਼ਾ ਤਸਕਰੀ ਤੇ ਹੋਰ ਕਈ ਮਾਮਲੇ ਦਰਜ ਨੇ, ਜੋ ਕਿ ਜੈਤੋ ਦਾ ਰਹਿਣ ਵਾਲਾ ਹੈ, ਪਰ ਨਸ਼ੇ ਦਾ ਆਦੀ ਹੋਣ ਕਾਰਨ ਤੇ ਪਹਿਲਾਂ ਦਰਜ ਮਾਮਲਿਆਂ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਉਹ ਲੁਧਿਆਣਾ ਦੇ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗਾ। ਫਿਲਹਾਲ ਪੁਲਿਸ ਨੇ ਦੋਸ਼ੀ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੱਲ੍ਹ ਸਾਡੀ ਪੁਲਿਸ ਪਾਰਟੀ ਨੇੜੇ ਸੇਵਾ ਕੇਂਦਰ ਸਿਵਲ ਹਸਪਤਾਲ ਲੁਧਿਆਣਾ ਵਿਖੇ ਹਾਜ਼ਰ ਸੀ, ਜਿੱਥੇ ਪੁਲਿਸ ਪਾਰਟੀ ਪਾਸ ਬਹੁਤ ਭਰੋਸੇਯੋਗ ਸੂਚਨਾ ਮਿਲੀ ਕਿ ਇੱਕ ਆਰੋਪੀ ਸੁਰਿੰਦਰ ਕੁਮਾਰ ਜੋ ਜੈਤੋ ਮੰਡੀ ਦਾ ਰਹਿਣ ਵਾਲਾ ਅਤੇ ਹੁਣ ਪ੍ਰੇਮ ਨਗਰ ਨੇੜੇ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਕਿਰਾਏ ਤੇ ਰਹਿ ਰਿਹਾ, ਉਹ ਅੱਜ ਭੀੜੀ ਗਲੀ ਲੱਕੜ ਬਾਜ਼ਾਰ ਏਰੀਆ ਥਾਣਾ ਡਿਵੀਜ਼ਨ ਨੰਬਰ 1 ਲੁਧਿਆਣਾ ਵਿਖੇ ਆਪਣੇ ਗਾਹਕਾਂ ਨੂੰ ਹੈਰੋਇਨ ਦੀ ਸਪਲਾਈ ਕਰਦਾ ਫਿਰ ਰਿਹਾ। ਅਗਰ ਰੇਡ ਕੀਤਾ ਜਾਵੇ ਤਾਂ ਭਾਰੀ ਮਾਤਰਾ ਦੇ ਵਿੱਚ ਹੈਰੋਇਨ ਸਮੇਤ ਕਾਬੂ ਆ ਸਕਦਾ। ਜੋ ਉਹ ਸੂਚਨਾ ਬੜੀ ਭਰੋਸੇਯੋਗ ਤੇ ਪਾਏਦਾਰ ਸੀ, ਜਿਸ ਤੇ ਸਾਡੀ ਪੁਲਿਸ ਪਾਰਟੀ ਨੇ ਆਰੋਪੀ ਦੇ ਬਰਖਲਾਫ ਇੱਕ ਰੁਕਾ ਭੇਜ ਕੇ ਮੁਕੱਦਮਾ ਨੰਬਰ 203 ਅਧੀਨ ਧਾਰਾ NDPS ਐਕਟ ਥਾਣਾ STFA 4 ਮੋਹਾਲੀ ਦਰਜ ਕਰਾਉਣ ਲਈ ਭੇਜਿਆ ਅਤੇ ਪੁਲਿਸ ਪਾਰਟੀ ਨੇ ਤੁਰੰਤ ਮੌਕੇ ਤੇ ਜਾ ਕੇ ਬੜੀ ਮੁਸਤੈਦੀ ਨਾਲ ਦੋਸ਼ੀ ਸੁਰਿੰਦਰ ਕੁਮਾਰ ਨੂੰ ਸਮੇਤ ਹੈਰੋਇਨ ਦੇ ਅਤੇ ਹੈਰੋਇਨ ਵੇਚਣ ਵਾਲੇ ਸਮਾਨ ਦੇ ਕਾਬੂ ਕੀਤਾ। उधर जगरांव के SBS लाहौर खालसा स्कूल विखे कोरोना वैक्सीनेशन कैंप लगाया गया। इस मौके जगरांव के DSP खास तौर पर पहुंचे ने। इस दौरान लोक सेवा सोसाइटी के मैंबर राजिंदर जैन ने प्रैस नूं दस्सिया कि इस इलाके दे विच पहला कोरोना वैक्सीनेशन का कैंप नहीं लग्या सी, जिस दे चलदे सिविल हस्पताल के सहयोग नाल एक कैंप लगाया गया। ਲੱਗਿਆ ਇਹ 7th ਕੈਂਪ ਹੈ ਲੋਕ ਸੇਵਾ ਸੁਸਾਇਟੀ ਦਾ ਜਗਰਾਉਂ ਦੇ ਵਿੱਚ ਅਗੇਂਸਟ ਕੋਵਿਡ-19। ਇਹ ਜਿਹੜੇ ਕੈਂਪ ਇਸ ਤੋਂ ਪਹਿਲਾਂ ਅਸੀਂ ਇੱਥੇ ਵੀ ਕੈਂਪ ਲਾਇਆ ਤੇ ਲੰਮੇ ਵਾਲੇ ਬਾਗ 'ਚ ਵੀ ਲਾਇਆ ਤੇ ਰੇਲਵੇ ਸਟੇਸ਼ਨ ਦੇ ਕੋਲ ਵੀ ਲਾਇਆ, ਪਰ ਜਿਹੜਾ ਇਸ ਜਗ੍ਹਾ ਤੇ ਨਾ ਕੁਝ ਪੋਟੈਂਸ਼ੀਅਲ ਜ਼ਿਆਦਾ ਹੈ ਕੈਂਪ ਦਾ, ਲੋਕਾਂ ਦਾ, ਕੈਂਡੀਡੇਟ ਦਾ, ਕਿਉਂਕਿ ਇਸ ਤਰ੍ਹਾਂ ਵੀ ਥੋੜ੍ਹਾ ਜਿਹਾ ਇਲਾਕਾ ਜਿਹੜਾ ਨਾ ਵੀ ਇੱਥੇ ਲੋਕ ਘੱਟ ਪੜ੍ਹੇ ਲਿਖੇ ਹੈ ਤੇ ਲੋਕਾਂ ਨੂੰ ਮਤਲਬ ਹੈ ਵੀ ਅਵੇਅਰਨੈਸ ਇੰਨੀ ਨਹੀਂ ਸੀ, ਇਸ ਕਰਕੇ ਅਸੀਂ ਇਹ ਇਲਾਕਾ ਚੁਣਿਆ ਹੈ। ਤੇ ਪਿਛਲੇ ਕੈਂਪ ਦੇ ਵੀ ਸਾਨੂੰ ਉਮੀਦ ਸੀ ਵੀ ਲੋਕ ਬਹੁਤ ਘੱਟ ਆਉਣਗੇ, ਫਿਰ ਵੀ 200 ਵੈਕਸੀਨੇਸ਼ਨ ਹੋ ਗਿਆ। ਇਸ ਵਾਰ ਵੀ ਅਸੀਂ 100 ਦੇ ਨੇੜੇ ਤੇੜੇ ਪਹੁੰਚ ਰਹੇ ਹਾਂ, ਹਾਲਾਂਕਿ ਕੋਈ ਸਪੀਡ ਘੱਟ ਹੈ, ਪਰ ਫਿਰ ਵੀ 100 ਦੇ ਅੰਦਾਜ਼ ਜਾਂ 100 ਤੋਂ ਉੱਪਰ ਹੋ ਜਾਣਗੇ। ਅੱਜ ਲੋਕ ਸੇਵਾ ਸੁਸਾਇਟੀ ਵੱਲੋਂ 7ਵਾਂ ਕਰੋਨਾ ਵੈਕਸੀਨ ਦਾ ਕੈਂਪ SBPS ਲਾਹੌਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਲਗਾਇਆ ਗਿਆ, ਜਿਸ ਦਾ ਉਦਘਾਟਨ ਸਾਡੇ ਮਾਨਯੋਗ DSP ਸਾਹਿਬ ਸਰਦਾਰ ਦਲਜੀਤ ਸਿੰਘ ਖੱਕ ਜੀ ਨੇ ਕੀਤਾ। ਤੁਸੀਂ ਦੇਖ ਰਹੇ ਹੋ ਕੈਮਰੇ ਦੇ ਰਾਹੀਂ ਕਾਫੀ ਮਤਲਬ ਗਿਣਤੀ ਦੇ ਵਿੱਚ ਇਸ ਵੈਕਸੀਨ ਨੂੰ ਲਗਵਾਉਣ ਲਈ ਲੋਕ ਆ ਰਹੇ ਨੇ। ਪਿਛਲੇ ਹਫਤੇ ਵੀ ਇਸੇ ਥਾਂ 'ਤੇ ਹੀ ਇੱਕ ਕੈਂਪ ਲਗਾਇਆ ਗਿਆ ਸੀ, ਜਿਸ ਵਿੱਚ ਤਕਰੀਬਨ 200 ਦੇ ਕਰੀਬ ਪੇਸ਼ੈਂਟ ਤਾਂ ਨਹੀਂ ਕਹੂੰਗਾ ਵੀ ਲੋਕਾਂ ਨੂੰ ਵੈਕਸੀਨ ਲਗਵਾਈ ਗਈ ਸੀ। ਅੱਜ ਵੀ ਹੁਣ ਤੱਕ 75 ਦੇ ਕਰੀਬ ਲੋਕ ਵੈਕਸੀਨ ਲਵਾ ਚੁੱਕੇ ਨੇ। ਦੇਖੋ ਸ਼ਾਮ ਤੱਕ ਕੀ ਨਤੀਜਾ ਨਿਕਲਦਾ। ਇਸ ਦੇ ਨਾਲ ਹੀ ਇੱਕ ਲੋਕ ਸੇਵਾ ਸੁਸਾਇਟੀ ਵੱਲੋਂ ਤੇ ਖਾਲਸਾ ਸਕੂਲ ਵੱਲੋਂ ਇੱਕ ਵੋਟਰ ਪਲੈਜ ਵੀ ਬਣਾਇਆ ਗਿਆ ਹੈ, ਜਿਸ ਵਿੱਚ ਸਾਰੇ ਮੈਂਬਰਾਂ ਨੇ ਸਹੁੰ ਚੱਕੀ ਹੈ ਕਿ ਅਸੀਂ ਬਿਨਾਂ ਕਿਸੇ ਭੇਦਭਾਵ ਤੋਂ, ਧਰਮ, ਵਰਗ, ਜਾਤੀ, ਸਮੁਦਾਇ ਤੋਂ, ਬਿਨਾਂ ਕਿਸੇ ਲਾਲਚ ਤੋਂ, ਕਿਸੇ ਦੇ ਪ੍ਰਭਾਵ ਹੇਠ ਤੋਂ, ਬਿਨਾਂ ਕਿਸੇ ਪ੍ਰਭਾਵ ਤੋਂ ਆਇਆ ਜਿਹੜਾ ਕੈਂਪ ਲਗਾਇਆ ਗਿਆ ਸੀ ਉਹਦਾ ਅਸੀਂ ਸਾਰੇ ਉਹਦਾ ਇੱਕ ਹਿੱਸਾ ਬਣੇ ਹਾਂ। ਹੁਣ ਅਸੀਂ ਇੱਕ ਵੋਟਰ ਪਲੈਜ ਲੈਂਦੇ ਇੱਥੇ ਕਿ ਅਸੀਂ ਭਾਰਤ ਦੇ ਨਾਗਰਿਕ ਲੋਕਤੰਤਰ ਵਿੱਚ ਵਿਸ਼ਵਾਸ ਰੱਖਦੇ ਹੋਏ ਪ੍ਰਣ ਕਰਦੇ ਹਾਂ ਕਿ ਅਸੀਂ ਆਪਣੇ ਦੇਸ਼ ਦੀਆਂ ਲੋਕਤੰਤਰਿਕ ਪਰੰਪਰਾਵਾਂ ਨੂੰ ਬਣਾਈ ਰੱਖਾਂਗੇ ਅਤੇ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਵਕ ਚੋਣ ਦੀ ਗਰਿਮਾ ਨੂੰ ਬਰਕਰਾਰ ਰੱਖਦੇ ਹੋਏ ਨਿਡਰ ਹੋ ਕੇ ਧਰਮ, ਵਰਗ, ਜਾਤੀ, ਸਮੁਦਾਇ, ਭਾਸ਼ਾ ਜਾਂ ਹੋਰ ਕਿਸੇ ਲਾਲਚ ਦੇ ਪ੍ਰਭਾਵਾਂ ਤੋਂ ਬਿਨਾਂ ਸਾਰੀਆਂ ਚੋਣਾਂ ਵਿੱਚ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਾਂਗੇ। ਮੈਂ ਵੀ ਇਹਨੂੰ ਸਾਈਨ ਕੀਤਾ ਔਰ ਇਹ ਕਸਮ ਖਾਧੀ ਆ, ਸਾਰੇ ਸਾਡੇ ਭਰਾਵਾਂ ਨੇ, ਇਸ ਸੁਸਾਇਟੀ ਦੇ ਮੈਂਬਰਾਂ ਨੇ ਵੀ ਖਾਧੀ ਆ ਤੇ ਅਸੀਂ ਸਮਾਜ ਵਾਸਤੇ ਇਹ ਕਹਿੰਦੇ ਹਾਂ ਕਿ ਸਾਰਿਆਂ ਨੂੰ ਇਸ ਤਰ੍ਹਾਂ ਹੀ ਇਸਤੇਮਾਲ ਕਰਨਾ ਚਾਹੀਦਾ। ਤੇ ਦੂਜੇ ਪਾਸੇ ਮਾਚੀਵਾੜਾ ਵਿਖੇ ਕੋਹਾੜਾ ਰੋਡ ਤੇ ਤੜਕ ਸਵੇਰੇ ਰੂਹ ਦੇ ਭਰੇ ਟਰੱਕ ਨੂੰ ਅੱਗ ਲੱਗ ਗਈ ਹੈ, ਜਿਸ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆ ਟਰੱਕ ਦੇ ਡਰਾਈਵਰ ਸੁਮੰਦਰ ਸਿੰਘ ਨੇ ਦੱਸਿਆ ਕਿ ਉਹ ਗੋਨਿਆਣਾ ਮੰਡੀ ਤੋਂ ਰੂਹ ਦਾ ਟਰੱਕ ਭਰ ਕੇ ਮਾਚੀਵਾੜਾ ਨੇੜੇ ST ਕੋਟੈਕਸ ਫੈਕਟਰੀ ਵਿੱਚ ਆ ਰਿਹਾ ਸੀ ਕਿ ਰਸਤੇ ਦੇ ਵਿੱਚ ਹੀ ਸੜਕ ਤੇ ਲੰਘਦੇ ਲੋਕਾਂ ਨੇ ਉਸ ਨੂੰ ਰੋਲਾ ਪਾ ਕੇ ਦੱਸਿਆ ਕਿ ਟਰੱਕ ਪਿੱਛੇ ਲੱਦੀ ਰੂਹ ਨੂੰ
ਅੱਗ ਲੱਗ ਗਈ ਹੈ ਤੇ ਉਸ ਦੇ ਵਿੱਚੋਂ ਧੂੰਆਂ ਨਿਕਲ ਰਿਹਾ। ਡਰਾਈਵਰ ਵੱਲੋਂ ਤੁਰੰਤ ਟਰੱਕ ਰੋਕ ਲਿਆ ਗਿਆ ਤੇ ਉਸ ਸੰਬੰਧੀ ਫੈਕਟਰੀ ਮਾਲਕਾਂ ਨੂੰ ਤੁਰੰਤ ਸੂਚਿਤ ਵੀ ਕੀਤਾ ਗਿਆ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਤੇ ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ, ਜਿਸ ਤੋਂ ਬਾਅਦ JCB ਮਸ਼ੀਨਾਂ ਦੀ ਮਦਦ ਦੇ ਨਾਲ ਰੂੰ ਦੀਆਂ ਗੱਠਾਂ ਨੂੰ ਬਾਹਰ ਕੱਢਿਆ ਗਿਆ, ਪਰ ਉਦੋਂ ਤੱਕ ਸਾਰੀਆਂ ਗੱਠਾਂ ਖਰਾਬ ਹੋ ਚੁੱਕੀਆਂ ਸਨ। ਤੇ ST ਕੋਟੈਕਸ ਦੇ ਮੈਨੇਜਰ ਰਾਜਕੁਮਾਰ ਨੇ ਦੱਸਿਆ ਕਿ ਟਰੱਕ ਦੇ ਵਿੱਚ ਕਰੀਬ 32 ਲੱਖ ਰੁਪਏ ਦੀ ਰੂੰ ਲੱਦੀ ਹੋਈ ਸੀ, ਜੋ ਕਿ ਉਹਨਾਂ ਨੇ ਗੋਨਿਆਣਾ ਮੰਡੀ ਤੋਂ ਧਾਗਾ ਬਣਾਉਣ ਲਈ ਮਿਲ ਵਿੱਚ ਮੰਗਵਾਈ ਸੀ। ਸਿੰਘ ਮੇਰਾ ਨਾਮ ਹੈ, ਡਰਾਈਵਰ ਆ ਮੈਂ। ਗੱਡੀ ਮੇਰੀ ਨੂੰ ਜਦੋਂ ਮੈਂ ਉੱਧਰੋਂ ਆਇਆ ਲੱਦੀ ਸੀ ਰੂੰ, ਗੋਨਿਆਣੇ ਤੋਂ ਮੈਂ ਲੈ ਕੇ ਚੱਲਿਆ ਤੇ ਇੱਥੇ ਫੈਕਟਰੀ 'ਚ ਲਾਉਣੀ ਸੀ ਤੇ ਮੈਨੂੰ ਮਗਰ ਰੌਲਾ ਪਿਆ ਵੀ ਅੱਗ ਲੱਗ ਗਈ। ਜਦੋਂ ਮੈਂ ਰੋਕਿਆ ਤੇ ਮਗਰ ਅੱਗ ਲੱਗੀ। ਅੱਗ ਲੱਗੀ ਕਿੱਦਾਂ, ਇਹਦਾ ਕੁਝ ਪਤਾ ਲੱਗਿਆ? ਇਹਨਾਂ ਨਹੀਂ ਜੀ ਪਤਾ ਕਿਵੇਂ ਤਾਰਾਂ ਤੂਰਾਂ ਨਾਲ ਲੱਗ ਕੇ ਵੱਜ ਕੇ ਤੇ ਤਾਂ ਲੱਗ ਗਈ ਅੱਗ। ਅੱਛਾ, ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ? ਨਾ ਜੀ ਕੋਈ ਜਾਨੀ ਨੁਕਸਾਨ ਨਹੀਂ। ਰਾਜਕੁਮਾਰ, ਚੀਫ ਮੈਨੇਜਰ ਕਮਰਸ਼ੀਅਲ ST ਕੋਟੈਕਸ। ਸਾਡੀ ਗੱਡੀ ਆ ਰਹੀ ਸੀ ਇੱਕ ਆਪਣੀ ਕਾਟਨ ਲੈ ਕੇ 100 ਬੇਲ, ਜਿਹਦਾ ਵੈਲਿਊ ਹੈ 31,58,359 ਰੁਪਏ। ਆਪਣੇ ਆਰਤੀ ਮਿਲ ਦੇ ਨੇੜੇ ਕਾਰ ਜਾ ਰਹੀ ਸੀ ਤੇ ਉੱਪਰ ਸਪਾਰਕ ਲੱਗਣ ਕਰਕੇ ਕੰਪਲੀਟ ਡੈਮੇਜ ਹੋ ਗਿਆ। ਪੁਲਿਸ ਨੂੰ ਰਿਪੋਰਟ ਕਰਤੀ ਗਈ ਹੈ ਤੇ ਮੌਕੇ ਤੇ ਫਾਇਰ ਬ੍ਰਿਗੇਡ 2 ਗੱਡੀਆਂ ਤੇ ਪੁਲਿਸ ਵਾਲੇ ਆ ਗਏ ਨੇ ਤੇ ਹੁਣ ਲੋੜਵੰਦ ਕਾਰਵਾਈ ਚੱਲਦੀ ਪਈ ਹੈ। ਆਲਮੋਸਟ ਮਾਲ ਸਾਡਾ ਡੈਮੇਜ ਹੋ ਗਿਆ ਹੈ ਤੇ ਗੱਡੀ ਤੇ ਡਰਾਈਵਰ ਦਾ ਬਚਾਅ ਹੋ ਗਿਆ। ਤੇ ਹੁਣ ਗੱਲ ਕਰੀਏ ਵਾਰਡ ਨੰਬਰ 52 ਦੇ ਸਲਾਮਗੰਜ ਏਰੀਏ ਦੀ, ਜਿੱਥੇ ਰਾਤ ਦੇ ਹਨੇਰੇ 'ਚ ਚੋਰਾਂ ਨੇ ਕਰਿਆਨੇ ਦੀ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ। ਇਸ ਦੇ ਨਾਲ ਹੀ ਚੋਰਾਂ ਨੇ ਨਾਲ ਲੱਗਦੇ ਘਰਾਂ ਦੇ ਵਿੱਚ ਵੀ ਹੱਥ ਸਾਫ਼ ਕਰ ਦਿੱਤੇ ਤੇ ਘਟਨਾ ਦਾ ਪਤਾ ਲੱਗਦਾ ਜਦੋਂ ਦੁਕਾਨ ਮਾਲਕ ਮਨਜੀਤ ਸਿੰਘ ਰਾਜੂ ਪਹੁੰਚੇ ਤਾਂ ਉਹਨਾਂ ਦੱਸਿਆ ਕਿ ਕਰੀਬ 25 ਤੋਂ 30 ਹਜ਼ਾਰ ਦਾ ਨੁਕਸਾਨ ਹੋਇਆ ਤੇ ਦੂਜੇ ਪਾਸੇ ਇੱਕ ਘਰ ਦੇ ਵਿੱਚ ਵੀ ਚੋਰ LCD ਸਮੇਤ ਨਕਦੀ ਲੈ ਕੇ ਫਰਾਰ ਹੋਏ ਨੇ। ਸੂਚਨਾ ਮਿਲਦੇ ਹੀ ਮੌਕੇ ਤੇ ਘਟਨਾ ਸਥਾਨ ਤੇ ਪੁਲਿਸ ਪਹੁੰਚੀ ਤੇ ਕਿਹਾ ਕਿ CCTV ਫੁਟੇਜ ਦੇ ਆਧਾਰ ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਮੇਰੀ ਕਰਿਆਨੇ ਦੀ ਦੁਕਾਨ ਹੈ। ਸਵੇਰੇ ਜਦੋਂ ਘਰੇ ਝਾੜੂ ਮਾਰਨ ਆਇਆ ਬੰਦਾ, ਉਹਨੇ ਆ ਕੇ ਦੱਸਿਆ ਕਹਿੰਦਾ ਤੁਹਾਡੇ ਤਾਲੇ ਟੁੱਟੇ ਹੋਏ ਨੇ। ਜਦੋਂ ਦੁਕਾਨ ਤੇ ਆ ਕੇ ਦੇਖਿਆ ਸਾਰਾ ਸਮਾਨ ਖਿਲੂ ਮੇਰੂ ਹੋਇਆ ਸੀਗਾ। ਦੋਨੇ ਗੱਲੇ ਖਰਾਬ ਕੀਤੇ ਹੋਏ ਸੀਗੇ। ਬਾਬਾ ਜੀ ਦੀ ਗੋਲਕ ਸੀ, ਉਹ ਸੀ ਫੈਂਡ ਦੀ ਬੇਟੀ ਸੀਗੀ, ਹੋਰ ਕਰਿਆਨੇ ਦਾ ਸਮਾਨ ਸੀਗਾ, ਚੱਕ ਕੇ ਲੈ ਗਏ। ਕਿੰਨੇ ਨੁਕਸਾਨ ਹੋਏ? ਨੁਕਸਾਨ 25-30 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ। ਕਿੰਨੇ ਦੁਕਾਨਾਂ ਚੋਰੀ ਹੋਈਆਂ ਇੱਥੇ 3 ਦੁਕਾਨਾਂ ਹੀ ਚੋਰੀ ਹੋਈ ਹੈ ਤੇ ਇੱਕ ਘਰ ਨੂੰ ਪੂਰਾ ਲੁੱਟ ਕੇ ਲੈ ਗਏ ਨੇ। ਇੱਕ ਵਿਆਹ ਵਾਲਾ ਘਰ ਸੀ, ਉਹਦਾ ਸਮਾਨ ਲੁੱਟ ਕੇ ਲੈ ਗਏ ਨੇ। ਇੱਕ ਦੇ ਕਦੇ ਗਏ ਸੀ, ਉੱਥੋਂ ਕੁਝ ਮਿਲਿਆ ਕਿਉਂ ਨਹੀਂ, ਖੜਕਾ ਆਇਆ, ਉੱਥੋਂ ਭੱਜ ਗਏ। ਪੁਲਿਸ ਸਵੇਰੇ ਆਈ ਸੀਗੀ, ਮਾੜਾ ਮੋਟਾ ਦੇਖ ਕੇ ਚਲੀ ਗਈ ਵਾਪਸ। ਖਾਸ ਕਰਕੇ ਮੇਰੀ ਦੁਕਾਨ ਹੈ, ਕਰਿਆਨੇ ਦੀ ਦੁਕਾਨ ਹੈਗੀ ਸਲਾਮਗੰਜ ਦੇ ਵਿੱਚ। ਰਾਤ ਨੂੰ 3 ਵਜੇ ਸਾਡੇ ਕੋਲ ਖੜਕਾ ਦੜਕਾ ਹੋਇਆ। ਅਸੀਂ ਦੇਖਣ ਦੀ ਕੋਸ਼ਿਸ਼ ਕੀਤੀ ਤੇ ਬਾਹਰ 3 ਚੋਰ ਬਾਹਰ ਖੜੇ ਸੀਗੇ। ਸਾਡੇ ਸ਼ਟਰ ਤੇ ਤਾਲੇ ਟੁੱਟੇ ਹੋਏ ਸੀਗੇ ਤੇ ਗੱਲੇ ਤੇ ਵਿੱਚੋਂ ਪੈਸੇ ਕੱਢ ਕੇ ਤੇ ਰਾਤ ਨੂੰ ਇਹ ਭੱਜ ਰਹੇ ਸੀ। ਅਸੀਂ ਆਵਾਜ਼ ਮਾਰੀ ਚੋਰ 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 ਤੇ ਸਾਰੇ ਭੱਜ ਗਏ। ਥੱਲੇ ਆ ਕੇ ਦੇਖਿਆ ਸਾਡਾ ਸ਼ਟਰ ਦੇ ਤਾਲੇ ਟੁੱਟੇ ਹੋਏ ਸੀਗੇ ਤੇ ਗੱਲਾ ਵੀ ਟੁੱਟਿਆ ਹੋਇਆ, ਤਾਲੇ ਟੁੱਟੇ ਹੋਏ ਸੀਗੇ ਤੇ ਪੈਸੇ ਸਰ ਨਕਦੀ ਸੀਗੀ 30-40 ਹਜ਼ਾਰ ਰੁਪਇਆ, ਉਹ ਚੱਕ ਕੇ ਨਾਲ ਲੈ ਗਏ ਜੀ। ਕੀ ਤੁਹਾਨੂੰ ਕਿੱਦਾਂ ਪਤਾ ਲੱਗਿਆ 4 ਬੰਦੇ ਸੀ? ਸਾਨੂੰ ਆਵਾਜ਼ ਆਈ ਜੀ, ਪਹਿਲਾਂ ਖੜਕਾ ਦੜਕਾ ਜੋ ਕੀਤਾ, ਸ਼ਟਰ ਤੋਂ ਤੋੜਿਆ ਉਹਨੇ। ਇੰਨੀ ਦੇਰ ਨੂੰ ਅਸੀਂ ਬਾਹਰ ਦੇਖਿਆ ਤੇ ਬਾਹਰ 3 ਬੰਦੇ ਬਾਹਰ ਖੜੇ ਸੀਗੇ, ਇੱਕ ਬੰਦਾ ਅੰਦਰ ਸੀਗਾ ਜੀ। ਜਦੋਂ ਅਸੀਂ ਰੋਲਾ ਪਾਇਆ, ਆਵਾਜ਼ ਮਾਰੀ ਚੋਰ ਚੋਰ ਚੋਰ, ਇਹ ਸਾਰੇ ਇਕੱਠੇ ਹੋ ਕੇ ਸਾਰੇ ਭੱਜ ਗਏ ਜੀ। ਤੇ ਹੁਣ ਜਾਣ ਤੋਂ ਪਹਿਲਾਂ ਇੱਕ ਨਜ਼ਰ ਮੁੱਖ ਸੁਰਖੀਆਂ ਤੇ। ਸ਼੍ਰੋਮਣੀ ਅਕਾਲੀ ਦਲ ਨੇ ਲੁਧਿਆਣਾ ਉੱਤਰੀ ਤੋਂ RD ਸ਼ਰਮਾ ਨੂੰ ਐਲਾਨਿਆ ਉਮੀਦਵਾਰ। ਪਾਰਟੀ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਦਿੱਤੀ ਜਾਣਕਾਰੀ। 3 ਵਾਰ ਕੌਂਸਲਰ ਤੇ 1 ਵਾਰ ਡਿਪਟੀ ਮੇਅਰ ਰਹੇ RD ਸ਼ਰਮਾ। ਰਾਏਕੋਟ ਵਿਖੇ ਅਕਾਲੀ ਆਗੂਆਂ ਤੇ ਵਰਕਰਾਂ ਦੀ ਮੀਟਿੰਗ। ਸੁਖਬੀਰ ਸਿੰਘ ਬਾਦਲ ਦੇ ਫੈਸਲੇ ਤੇ ਪ੍ਰਗਟਾਈ ਸਹਿਮਤੀ। ਹਲਕਾ ਰਾਏਕੋਟ ਦੀ ਸੀਟ ਨੂੰ ਦਿੱਤਾ ਬਸਪਾ ਦੇ ਖਾਤੇ 'ਚ। ਗੱਠਜੋੜ ਉਮੀਦਵਾਰ ਨੂੰ ਜਿਤਾਉਣ ਦਾ ਆਗੂਆਂ ਨੇ ਕੀਤਾ ਦਾਅਵਾ। ਹਿੰਦ ਕਮਿਊਨਿਸਟ ਪਾਰਟੀ ਦੀ 23ਵੀਂ ਸੂਬਾਈ ਕਾਨਫਰੰਸ। ਪਾਰਟੀ ਦੇ ਜਨਰਲ ਸਕੱਤਰ ਸੀਤਾਰਾਮ ਯੇਚੂਰੀ ਨੇ ਕੀਤਾ ਸੰਬੋਧਨ। ਕਿਹਾ ਜਲਦ ਤੈਅ ਕੀਤੀ ਜਾਵੇਗੀ ਚੋਣਾਂ ਲਈ ਰਣਨੀਤੀ। ਇੱਕ ਵਾਰ ਫਿਰ ਤੋਂ ਸਰਗਰਮ ਹੋਏ ਰਾਮੂਵਾਲੀਆ। ਲੋਕ ਭਲਾਈ ਪਾਰਟੀ ਦਾ ਕੀਤਾ ਐਲਾਨ। ਕਿਹਾ ਚੋਣਾਂ ਨਹੀਂ ਲੜਨਗੇ, ਲੋਕਾਂ ਦੇ ਹਿੱਤਾਂ ਲਈ ਬਣਾਈ ਪਾਰਟੀ। ਲੁਧਿਆਣਾ ਦੇ ਸਲਾਮਗੰਜ 'ਚ ਚੋਰੀ ਦੀ ਵਾਰਦਾਤ। ਚੋਰਾਂ ਨੇ ਕਰਿਆਨੇ ਦੀ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ। ਨਾਲ ਲੱਗਦੇ ਘਰਾਂ 'ਚ ਵੀ ਚੋਰਾਂ ਨੇ ਹੱਥ ਕੀਤਾ ਸਾਫ਼।
ਫਿਲਹਾਲ ਲੁਧਿਆਣਾ ਖਬਰਨਾਮਾ ਦੇ ਵਿੱਚ ਬਸ ਇੰਨਾ ਹੀ ਤੇ ਹੁਣ ਮੈਨੂੰ ਦਿਓ ਇਜਾਜ਼ਤ। ਧੰਨਵਾਦ।